ਜਾਗੋ ਪੰਜਾਬ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪਿਛਲੇ ਦਿਨਾਂ ਵਿੱਚ ਸਾਡੇ ਮੁਲਕ ਵਿੱਚ ਖੁਰਾਕ ਸੁਰੱਖਿਆ ਬਿੱਲ ਪਾਸ ਕੀਤਾ ਗਿਆ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਇਸ ਖੁਰਾਕ ਸੁਰੱਖਿਆ ਦੀ ਲੋੜ ਦੁਨੀਆ ਵਿੱਚ ਸਭ ਤੋਂ ਵੱਡੀ ਹੈ। ਇਸ ਕਾਨੂੰਨ ਦੇ ਘੇਰੇ ਵਿੱਚ ਭਾਰਤ ਦੀ 67% ਦੀ ਆਬਾਦੀ ਨੂੰ ਲਿਆਂਦਾ ਜਾਏਗਾ। ਇਸ ਦਾ ਮਤਲਬ ਕੀ ਹੈ? ਕੀ 67% ਦੀ ਆਬਾਦੀ ਆਪਣੀ ਰੋਟੀ ਦਾ ਬੰਦੋਬਸਤ ਕਰਨ ਤੋਂ ਨਾਕਾਮਯਾਬ ਰਹੀ ਹੈ ਜਾਂ ਸਰਕਾਰਾਂ ਨੇ ਉਹਨਾਂ ਨੂੰ ਇਸ ਹਾਲਤ ਤੱਕ ਮਹਿਦੂਦ ਕਰ ਦਿੱਤਾ ਹੈ? ਦੂਜਾ ਸਵਾਲ ਇਹ ਹੈ ਕਿ ਇਸ ਕਾਨੂੰਨ ਨਾਲ ਸੱਚਮੁੱਚ ਖੁਰਾਕ ਸੁਰੱਖਿਆ ਯਕੀਨੀ ਬਣੇਗੀ ਜਾਂ ਨਹੀਂ। ਇਹ ਸੁਰੱਖਿਆ ਸਭ ਤੋਂ ਵੱਧ ਕਿਸ ਤਬਕੇ ਨੂੰ ਦਰਕਾਰ ਹੈ? ਇਸ ਮੁੱਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ। ਸਾਡੇ ਨਾਲ ਹਾਜ਼ਰ ਨੇ ਡਾਕਟਰ ਪਿਆਰੇ ਲਾਲ ਗਰਗ ਜੋ ਸਮਾਜਿਕ ਕਾਰਕੁਨ ਨੇ ਤੇ ਬਤੌਰ ਡਾਕਟਰ ਇਹਨਾਂ ਨੇ ਇਸ ਬਿੱਲ ਦਾ ਵੀ ਬਹੁਤ ਅਧਿਐਨ ਕੀਤਾ ਹੈ ਤੇ ਇਸ ਕਿਸਮ ਦੀਆਂ ਲੋੜਾਂ ਬਾਰੇ ਲਗਾਤਾਰ ਅਧਿਐਨ ਕਰਦੇ ਨੇ। ਡਾਕਟਰ ਸਾਹਿਬ ਤੁਹਾਡਾ ਅੱਜ ਦੀ ਇਸ ਚਰਚਾ 'ਚ ਸਵਾਗਤ ਹੈ। ਡਾਕਟਰ ਸਾਹਿਬ ਆਪਾਂ ਬਿੱਲ ਬਾਰੇ ਗੱਲ ਕਰਨ ਤੋਂ ਪਹਿਲਾਂ ਇਸ 'ਤੇ ਗੱਲ ਕਰਾਂਗੇ ਕਿ ਖੁਰਾਕ ਸੁਰੱਖਿਆ ਅਸੀਂ ਮੰਨਦੇ ਕਿਹਨੂੰ ਹੈ, ਇਹਦੇ ਕੌਮਾਂਤਰੀ ਮਿਆਰ ਕੀ ਨੇ, ਸਾਡੇ ਮੁਲਕ ਦੇ ਵਿੱਚ ਇਹਦੇ ਕੀ ਮਾਇਨੇ ਨੇ? ਹਾਂਜੀ, ਅਸਲ ਜਦੋਂ ਅਸੀਂ ਖੁਰਾਕ ਸੁਰੱਖਿਆ ਦੀ ਗੱਲ ਕਰਦੇ ਹਾਂ ਤਾਂ ਇਹ ਸਿਹਤ ਨਾਲ ਜੁੜੀ ਹੋਈ ਹੈ ਪਹਿਲੀ ਗੱਲ ਜੀ। ਅਤੇ ਇਹਦੇ ਵਿੱਚ ਪਿਛਲੇ 20 ਸਾਲਾਂ 'ਚ ਇੱਕ ਪ੍ਰਚਾਰ, ਇੱਕ ਸੋਚ ਦੇ ਲੈਵਲ 'ਤੇ ਇਹ ਆ ਰਿਹਾ ਸੀ ਪੱਧਰ 'ਤੇ ਕਿ ਜੇ ਅਰਥਚਾਰਾ ਠੀਕ ਹੋ ਜਾਏ ਤਾਂ ਲੋਕਾਂ ਦੀ ਸਿਹਤ ਠੀਕ ਹੋ ਜਾਂਦੀ ਹੈ ਜੀ। ਪਰ ਪੂਰੇ ਅਧਿਐਨ ਜਿਹੜੇ 20 ਸਾਲਾਂ ਦੇ ਨੇ ਦਿਖਾਉਂਦੇ ਨੇ ਕਿ ਗੱਲ ਉਲਟੀ ਹੈ ਕਿ ਜੇ ਲੋਕਾਂ ਦੀ ਸਿਹਤ ਚੰਗੀ ਹੋਵੇ ਤਾਂ ਅਰਥਚਾਰਾ ਚੰਗਾ ਹੁੰਦਾ ਹੈ, ਕਿਉਂਕਿ ਉਹ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਜ਼ਿਆਦਾ ਹਿੱਸਾ ਲੈਂਦੇ ਨੇ, ਕੰਮ ਜ਼ਿਆਦਾ ਕਰਦੇ ਨੇ ਤੇ ਉਹਦੇ ਨਾਲ ਪੈਦਾਵਾਰ ਜ਼ਿਆਦਾ ਹੋਏਗੀ ਤਾਂ ਮੁਲਕ ਦੇ ਸਾਧਨ ਸੁਧਰਦੇ ਨੇ। ਇਹ ਸਭ ਦੇ ਸਾਹਮਣੇ ਆ ਗਿਆ ਔਰ ਪਿਛਲੇ 20 ਸਾਲਾਂ 'ਚ ਸਾਡੀ ਖੁਰਾਕ ਸੁਰੱਖਿਆ ਥੱਲੇ ਹੀ ਜਾਂਦੀ ਰਹੀ ਹੈ। ਜੇ ਮੈਂ 5 ਸਾਲ ਤੋਂ ਥੱਲੇ ਦੇ ਬੱਚਿਆਂ ਦੀ ਗੱਲ ਕਰਾਂ ਤਾਂ 53% ਬੱਚੇ ਭਾਰਤ ਦੇ, ਇਹ ਪੂਰੇ ਇਸ ਖਿੱਤੇ ਦੇ ਬੱਚਿਆਂ ਨਾਲੋਂ 53% ਬੱਚੇ ਨੇ ਜਿਹੜੇ ਅੰਡਰਵੇਟ ਨੇ, ਘੱਟ ਵੇਟ ਆ, ਜੋ ਜਿੰਨਾ ਉਹਨਾਂ ਦਾ ਨਾਰਮਲ ਵਜਨ ਚਾਹੀਦਾ ਉਹ ਤੋਂ ਘੱਟ, ਮਤਲਬ ਉਮਰ ਦੇ ਹਿਸਾਬ ਨਾਲ ਜਾਂ ਕੱਦ ਦੇ ਹਿਸਾਬ ਨਾਲ ਜਿੰਨਾ ਵਜਨ ਚਾਹੀਦਾ ਉਦੋਂ ਘੱਟ ਨੇ ਜਿਹੜੇ 5 ਸਾਲ ਤੋਂ ਥੱਲੇ। 5 ਸਾਲ ਤੋਂ ਅਸੀਂ ਅੰਡਰ 5 ਮਰਟੈਲਿਟੀ ਜਿਹੜੀ ਹੈ ਇਹ ਪੂਰੀ ਦੁਨੀਆ ਦਾ ਨੈਸ਼ਨਲ ਇੰਟਰਨੈਸ਼ਨਲ ਸਟੈਂਡਰਡ ਹੈ। ਇਹ ਕੋਈ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਹਿੰਦੇ ਹਾਂ, ਇੰਟਰਨੈਸ਼ਨਲ ਵੀ ਜੇ ਤੁਹਾਡੀ 5 ਸਾਲ ਤੋਂ ਘੱਟ ਦੀ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਕੱਦ ਘੱਟ ਹੈ, ਉਹਨਾਂ ਦਾ ਵਜਨ ਕੱਦ ਤੇ ਵਜਨ ਦੇ ਹਿਸਾਬ ਨਾਲ ਕੱਦ ਦੇ ਹਿਸਾਬ ਤੇ ਉਮਰ ਦੇ ਹਿਸਾਬ ਨਾਲ ਵਜਨ ਘੱਟ ਹੈ ਤੇ ਜਾਂ ਉਹਨਾਂ ਦੀ ਗਰੋਥ ਘੱਟ ਹੈ ਤਾਂ ਇਹਦਾ ਮਤਲਬ ਤੁਹਾਡੀ ਜਿਹੜਾ ਅਰਥਚਾਰਾ ਉਹ ਠੀਕ ਨਹੀਂ ਚੱਲ ਰਿਹਾ, ਸਿਹਤ ਤੁਹਾਡੀ ਠੀਕ ਨਹੀਂ ਹੈ ਤੇ ਉਹਨਾਂ ਨੇ ਅੱਗੇ ਨੌਜਵਾਨ ਬਣਨਾ, ਉਹਨਾਂ ਨੇ ਮੁਲਕ ਬਣਾਉਣਾ। ਸੋ ਇਸ ਕਰਕੇ ਜੇ ਅਸੀਂ ਇਸ ਪਾਸੇ ਨੂੰ ਜਾ ਰਹੇ ਹਾਂ, ਜਿਹੜੇ 5 ਸਾਲ ਤੋਂ ਘੱਟ ਦੇ ਨੇ ਇਹ ਆਪਾਂ ਸਮਝ ਹੀ ਸਕਦੇ ਹਾਂ ਵੀ ਪਿਛਲੇ 20 ਸਾਲਾਂ ਦੇ ਵਿੱਚ ਹੀ ਸਾਰਾ ਹੋਏ ਨੇ, ਉਹ ਨੌਜਵਾਨ ਵੀ ਬਣ ਗਏ ਕਈ। ਸੋ ਜੇ ਸਾਡਾ ਜਿਹੜਾ ਬੱਚਾ ਜਿਹੜਾ ਜਦ ਉਹਦੀ ਗਰੋਥ ਠੀਕ ਨਹੀਂ ਹੁੰਦੀ ਤਾਂ ਸਿਹਤ ਉਹਨੇ ਵੱਡਾ ਹੋ ਕੇ ਜੋ ਕਰਨਾ ਉਹਨਾਂ ਨਹੀਂ ਕਰ ਸਕੇਗਾ ਜਿੰਨਾ ਉਹਦਾ ਪੋਟੈਂਸ਼ੀਅਲ ਹੋਣਾ ਚਾਹੀਦਾ। ਦੂਜਾ ਜੇ ਅਸੀਂ ਹੈਲਥ ਸਟੈਂਡਰਡ ਦੀ ਗੱਲ ਕਰਦੇ ਹਾਂ, ਸਿਹਤ ਸੇਵਾਵਾਂ ਦੇ ਵਿੱਚ ਸਿਹਤ ਨੂੰ ਅਸੀਂ ਕਿਵੇਂ ਦੇਖਦੇ ਹਾਂ ਵੀ ਸੰਤੁਲਿਤ ਭੋਜਨ, ਹਾਲਾਂਕਿ ਪਾਣੀ, ਪਖਾਨੇ ਦਾ ਡਿਸਪੋਜ਼ਲ, ਇਹ ਤਿੰਨ ਚੀਜ਼ਾਂ, ਹਵਾ, ਪਾਣੀ, ਪਖਾਨੇ ਦਾ ਡਿਸਪੋਜ਼ਲ ਤੇ ਭੋਜਨ, ਇਹ ਖੁਰਾਕ, ਸੰਤੁਲਿਤ ਭੋਜਨ, ਇਹ ਚਾਰ ਜਿਹੜੇ ਨੇ ਬਹੁਤ ਵੱਡੇ ਕਾਰਕ ਨੇ ਸਿਹਤ ਨੂੰ ਠੀਕ ਰੱਖਣ ਦੀ। ਇਹਦੀ ਵਜ੍ਹਾ ਕਿ ਹਸਪਤਾਲ, ਡਾਕਟਰ, ਦਵਾਈਆਂ ਇਹਨਾਂ ਦੀ ਲੋੜ ਹੈ, ਪਰ ਇਹ ਏਡੇ ਵੱਡੇ ਨਹੀਂ ਜਿੱਡੇ ਵੱਡੇ ਇਹ ਨੇ। ਸਾਡੇ ਮੁਲਕ ਦੇ ਵਿੱਚ ਇਹ ਅੱਜ ਤੱਕ ਬਹੁਤਾ ਇਹਦੇ ਵਾਸਤੇ ਕੋਈ ਪ੍ਰਾਵਧਾਨ ਨਹੀਂ ਹੋ ਰਿਹਾ ਸੀ। ਇਸ ਵੇਲੇ ਨੇ ਇੱਕ ਪੋਜ਼ੀਟਿਵ ਗੱਲ ਕਰੀ ਹੈ, ਇਹਨਾਂ ਨੇ ਕਿਹਾ ਸੀ ਇਸ ਖਾਦ ਸੁਰੱਖਿਆ ਦੇ ਨਾਲ ਨਾਲ ਅਸੀਂ ਪਾਣੀ ਦਾ ਵੀ ਠੀਕ ਪ੍ਰਬੰਧ ਕਰਾਂਗੇ, ਅਸੀਂ ਪਖਾਨੇ ਦਾ ਵੀ ਠੀਕ ਪ੍ਰਬੰਧ, ਅਸੀਂ ਇਹਦੇ ਤੇ ਪੂਰੀ ਲੋਕਾਂ ਦੀ ਕਿੱਤਾ, ਕਿਉਂਕਿ ਰੋਟੀ ਕਿੱਥੋਂ ਆਉਣੀ ਹੈ, ਕਿੱਤੇ ਚੋਂ, ਅਸੀਂ ਇੰਪਲਾਇਮੈਂਟ ਜਨਰੇਸ਼ਨ ਦੀ ਵੀ ਗੱਲ ਕਰਾਂਗੇ। ਖੇਤੀ ਨੂੰ ਆਪਣੀਆਂ ਤਕਨੀਕਾਂ ਦੇ ਨਾਲ ਆਪਣੇ ਜਿਹੜੇ ਲੋਕ ਸਧਾਰਨ ਸਥਾਨਕ ਲੋਕ ਨੇ, ਸਥਾਨਕ ਪੱਧਰ ਦੀਆਂ ਟੈਕਨੀਕਸ ਡਿਵੈਲਪ ਕਰਾਂਗੇ। ਸੋ ਇਹਦਾ ਇੱਕ ਪੋਜ਼ੀਟਿਵ ਹੈ। ਜਿਹੜੀਆਂ ਪ੍ਰੈਗਨੈਂਟ ਮਾਵਾਂ ਨੇ, ਗਰਭਵਤੀ ਔਰਤਾਂ, ਉਹਨਾਂ ਵਾਸਤੇ ਕੁਝ ਪ੍ਰਾਵਧਾਨ ਕੀਤੇ ਗਏ ਨੇ। 0 ਤੋਂ 6 ਮਹੀਨਿਆਂ ਤੋਂ ਲੈ ਕੇ 36 ਮਹੀਨਿਆਂ ਦੇ ਬੱਚਿਆਂ ਤੱਕ ਪ੍ਰਾਵਧਾਨ ਕੀਤੇ ਗਏ ਨੇ। 3 ਤੋਂ 6 ਸਾਲ ਦੇ ਬੱਚਿਆਂ ਦਾ ਪ੍ਰਾਵਧਾਨ ਕੀਤਾ ਗਿਆ। ਇਹ ਜਿਹੜੇ ਮਾਲ ਨਿਊਟ੍ਰੀਸ਼ਨ ਨੇ, ਜਿਹਨੂੰ ਆਪਾਂ ਕੁਪੋਸ਼ਣ ਕਹਿੰਦੇ ਹਾਂ ਅਸੀਂ, ਜਿਹੜੀ ਮੈਂ ਪਹਿਲਾਂ ਗੱਲ ਕਰੀ ਅੰਡਰ 5 ਦੀ, ਉਹ ਕੁਪੋਸ਼ਣ ਦਾ ਵੀ ਪ੍ਰਬੰਧ ਇਹਦੇ ਵਿੱਚ ਕਰਿਆ ਗਿਆ। ਸੋ ਇੱਕ ਸਮੁੱਚੇ ਰੂਪ 'ਚ ਜੇ ਮੈਂ ਦੇਖਾਂ, ਇਹ ਤਾਂ ਨਹੀਂ ਕਹਿੰਦਾ ਮੈਂ ਵੀ ਇਹ ਕੋਈ ਇਹਦੇ ਨਾਲ ਸਾਰੀ ਸਿਹਤ ਠੀਕ ਹੋ ਜਾਣੀ ਹੈ, ਸਾਰੇ ਲੋਕਾਂ ਨੂੰ ਬਹੁਤ ਵਧੀਆ ਹੋ ਜਾਣਾ ਹੈ, ਹੈਲਦੀ ਹੋ ਜਾਣਾ, ਨਹੀਂ। ਪਰ ਜਿਹੜੀ ਵੱਡੀ ਘਾਟ ਸੀ ਉਹਦੇ ਵਿੱਚ ਇੱਕ ਜ਼ਰੂਰ ਮੈਂ ਕਹਾਂਗਾ ਖੱਪਾ ਪੂਰਾ ਕਰਨ ਦੀ ਕੋਸ਼ਿਸ਼ ਹੈ ਇਸ ਬਿੱਲ ਦੇ ਰਾਹੀਂ। ਔਰ ਇਹ ਜਿਹੜੇ ਸਭ ਤੋਂ ਥੱਲੇ ਲੋਕ ਨੇ, ਮਾਰਜਨਲਾਈਜ਼, ਜਿਹਨਾਂ ਨੂੰ ਰੋਟੀ ਪੂਰੀ ਮਿਲਦੀ ਹੋਈ ਨਹੀਂ, ਉਹਨਾਂ ਨੂੰ ਹੁਣ ਵੀ ਸ਼ਾਇਦ ਪੂਰੀ ਨਾ ਮਿਲੇ ਪਰ ਕੁਝ ਨਾ ਕੁਝ ਜ਼ਰੂਰ ਮਿਲ ਜਾਏ। ਡਾਕਟਰ ਸਾਹਿਬ ਇੱਕ ਗੱਲ ਮੈਨੂੰ ਬੜੀ ਅਜੀਬ ਲੱਗਦੀ ਹੈ ਕਿ ਪਿਛਲੇ 20 ਸਾਲਾਂ ਦੇ ਵਿੱਚ ਜਿਹੜੇ ਤੁਸੀਂ ਅਧਿਐਨਾਂ ਦਾ ਜ਼ਿਕਰ ਕਰਦੇ ਹੋ ਕਿ ਇਹ ਅਹਿਸਾਸ ਹੋਇਆ ਕਿ ਜੇ ਬੰਦੇ ਦੀ ਸਿਹਤ ਠੀਕ ਹੋਊਗੀ ਤਾਂ ਅਰਥਚਾਰਾ ਠੀਕ ਹੋਊਗਾ। ਇਹ ਨਹੀਂ ਹੋਊਗਾ ਕਿ ਅਰਥਚਾਰਾ ਠੀਕ ਹੈ ਤੇ ਬੰਦੇ ਦੀ ਸਿਹਤ ਠੀਕ ਹੋਊਗੀ। ਸੁਕਰਾਤ ਨੇ ਤਾਂ ਬਹੁਤ ਪਹਿਲਾਂ ਕਿਹਾ ਸੀਗਾ ਕਿ ਇੱਕ ਸਿਹਤਮੰਦ ਸਰੀਰ ਦੇ ਵਿੱਚ ਹੀ ਸਿਹਤਮੰਦ ਦਿਮਾਗ ਰਹਿ ਸਕਦਾ ਹੈ। ਮਤਲਬ ਇਹ ਸਾਨੂੰ ਹੋਣਾ ਕਲਾਈ ਹੈ, ਇਸ ਗੱਲ ਇਹ ਹੋਣਾ ਹੈ, ਇਹ ਫੈਕਟ ਹੈ। ਇਹ ਹੋਣਾ, ਇਹ ਸਾਨੂੰ ਨਹੀਂ, ਸਾਡੀਆਂ ਸਰਕਾਰਾਂ ਨੂੰ ਹੋਣਾ ਕਲਾਈ ਹੈ। ਇਹ ਅਧਿਐਨ ਸਾਰੀ ਦੁਨੀਆ ਦੇ ਲੈਵਲ ਤੇ ਦੱਸਦੇ ਨੇ ਵੀ ਪਹਿਲਾਂ ਸਿਹਤ ਠੀਕ ਕਰੋਗੇ ਤਾਂ ਲੋਕਾਂ ਦਾ ਅਰਥਚਾਰਾ ਠੀਕ ਹੋਏਗਾ। ਇਹ ਇਹਨਾਂ ਦੀ ਆਪਦੀ ਐਕਸਪਰਟ ਕਮੇਟੀ ਰਿਪੋਰਟ ਵੀ ਇਹੀ ਗੱਲ ਕਹਿੰਦੀ ਹੈ।
ਇਹ ਬਿੱਲ ਤੋਂ ਪਹਿਲਾਂ ਐਕਸਪਰਟ ਕਮੇਟੀ ਬਣਾਈ ਗਈ, ਉਹਨੇ ਵੀ ਇਹੀ ਕਿਹਾ। ਹਾਂਜੀ ਡਾਕਟਰ ਸਾਹਿਬ, ਜੇ ਆਪਾਂ ਇਹ ਦੇਖੀਏ ਕਿ ਜਦੋਂ ਆਪਾਂ ਖੁਰਾਕ ਸੁਰੱਖਿਆ ਦੀ ਗੱਲ ਕਰਦੇ ਹਾਂ, ਜਿਹੜੀ ਤੁਸੀਂ ਧਾਰਨਾ ਦਿੱਤੀ ਹੈ ਕਿ ਇਸ ਗੱਲ ਨੂੰ ਅਸੀਂ ਖੁਰਾਕ ਸੁਰੱਖਿਆ ਮੰਨਾਂਗੇ, ਉਸ ਹਿਸਾਬ ਨਾਲ ਹਿੰਦੁਸਤਾਨ ਦੀ ਜਿਹੜੀ ਆਬਾਦੀ ਹੈ, ਜੇ ਅੰਕੜਾ ਜੋ ਦਿੱਤਾ ਗਿਆ ਕਿ 67% ਦੀ ਆਬਾਦੀ ਇਸ ਬਿੱਲ ਦੇ ਘੇਰੇ 'ਚ ਆਏਗੀ, ਇਹਦਾ ਮਤਲਬ 67% ਦੀ ਆਬਾਦੀ ਬਹੁਤ ਖਸਤਾ ਹਾਲਤ ਦੇ ਵਿੱਚ ਹੈ। ਉਹ ਆਪਣੀ ਜਿੰਨੀ ਉਹਦੀ ਸਮਰੱਥਾ ਹੈ ਉਸ ਹਿਸਾਬ ਨਾਲ ਕੰਮ ਕਰਨ ਦੇ ਲਾਇਕ ਨਹੀਂ, ਉਸ ਹਿਸਾਬ ਨਾਲ ਸੋਚਣ ਦੇ ਲਾਇਕ ਨਹੀਂ। ਕਿੰਨੀ ਆਬਾਦੀ ਤੇ ਉਸੇ ਹਿਸਾਬ ਨਾਲ ਇਹਦੀ ਜ਼ਰੂਰਤ ਤੈਅ ਹੋਈ ਆ। ਵੀ ਦੇਖੋ ਗੱਲ ਇਹ ਹੈ ਵੀ ਇਹਨਾਂ ਨੇ ਤਾਂ 67% ਕਹੇ, ਕਿਉਂਕਿ ਜਿਹੜੀਆਂ ਇਹਨਾਂ ਦੀਆਂ ਪਲੈਨਿੰਗ ਕਮਿਸ਼ਨ ਦੀਆਂ ਰਿਪੋਰਟਾਂ ਨੇ, ਅੰਕੜੇ ਨੇ, ਉਹ ਵੀ ਕਈ ਵਾਰ ਉਹਨੇ ਪੂਰੇ ਨਹੀਂ ਹੁੰਦੇ। ਮੈਨੂੰ ਇਹ ਲੱਗਦਾ ਵੀ ਇਸ ਤੋਂ ਵੀ ਜ਼ਿਆਦਾ ਆਬਾਦੀ ਹੈ ਜਿਹਦੇ ਵਿੱਚ ਅੱਧ ਭੁੱਖਮਰੀ ਹੈ। ਇੱਕ ਤਾਂ ਭੁੱਖਮਰੀ ਹੈ, ਇੱਕ ਅੱਧ ਭੁੱਖਮਰੀ ਵਾਲੀ ਹੈ। ਉਹ ਕਿਉਂਕਿ ਅੱਧ ਭੁੱਖਮਰੀ ਵਾਲੇ ਵਿੱਚ ਨਹੀਂ ਲੈਂਦੇ, ਇਹਨਾਂ ਦੇ ਨਾਰਮਲ ਆਪਾਂ 30 ਰੁਪਏ ਵਾਲੀ ਗੱਲ ਸਾਰੀ ਜਾਣਦੇ ਆ। ਸੋ ਨਾਰਮਲ ਸਟੈਂਡਰਡ ਤੋਂ ਜਦ ਤੁਸੀਂ ਨਹੀਂ ਲੈਂਦੇ। ਜਿਹੜੀ ਭੁੱਖਮਰੀ ਦੀ ਆਪਾਂ ਗੱਲ ਕਰਦੇ ਆ, ਉਹ ਭੁੱਖਮਰੀ ਆਪਾਂ ਕੈਲਰੀ ਦੇ ਹਿਸਾਬ ਨਾਲ ਮਾਪਦੇ ਆ, ਜਾਂ ਇਹ ਹੈ ਕਿ ਵੀ ਭੁੱਖ ਦੇ ਨਾਲ ਮਰ ਗਿਆ ਬੰਦੇ ਨੂੰ ਆਪਾਂ ਭੁੱਖ? ਨਾ ਕੈਲਰੀ ਦੇ ਹਿਸਾਬ ਨਾਲ ਭੁੱਖਮਰੀ ਇਹ ਨਹੀਂ ਵੀ ਬੰਦਾ ਭੁੱਖ ਨਾਲ ਮਰ ਗਿਆ। ਭੁੱਖਮਰੀ ਦਾ ਮਤਲਬ ਹੈ ਕਿ ਕਿੰਨੀਆਂ ਕੈਲਰੀਜ਼ ਉਹਨੂੰ ਚਾਹੀਦੀਆਂ ਨੇ। ਜਿਵੇਂ ਜੇ ਅਸੀਂ 1 ਸਾਲ ਦੇ ਬੱਚਿਆਂ ਤੋਂ ਲੈ ਕੇ 3 ਸਾਲ ਤੱਕ ਗੱਲ ਕਰੀਏ ਤਾਂ ਲੜਕੀਆਂ ਨੂੰ 1000 ਕੈਲੋਰੀ ਤੇ ਲੜਕਿਆਂ ਨੂੰ 1200 ਕੈਲੋਰੀ ਚਾਹੀਦੀ ਆ ਮੀਡੀਅਮ ਸਾਈਜ਼ ਦੀ ਐਕਟੀਵਿਟੀ ਵਾਸਤੇ। ਇਸੇ ਤਰ੍ਹਾਂ ਹੀ ਜੇ ਅਸੀਂ 3 ਤੋਂ 6 ਦੀ ਗੱਲ ਕਰੀਏ ਤਾਂ 1400 ਕੈਲੋਰੀ ਚਾਹੀਦੀਆਂ ਨੇ। ਜੇ ਅਸੀਂ ਅਡਲਟ ਦੀ ਗੱਲ ਕਰੀਏ ਤਾਂ 2400 ਤੋਂ 2800 ਕੈਲੋਰੀ ਚਾਹੀਦੀ ਹੈ। ਜਿਹਨੂੰ 2400 ਤੋਂ 2800 ਕੈਲੋਰੀ ਨਹੀਂ ਮਿਲਦੀ, ਅਜੇ ਮੈਂ ਉਹਦੇ ਸੰਤੁਲਿਤ ਭੋਜਨ ਦੀ ਗੱਲ ਨਹੀਂ ਕਰ ਰਿਹਾ। ਜੇ ਕੱਲੀਆਂ ਕੈਲੋਰੀਜ਼, ਜਿਹੜਾ ਇੰਧਨ ਹੈ ਪੇਟ ਨੂੰ, ਕਹਿੰਦੇ ਪਾਪੀ ਪੇਟ ਨੂੰ ਅੱਗ, ਜਿਹੜੀ ਅੱਗ ਚਾਹੀਦੀ ਹੈ, ਗਰਮੀ ਚਾਹੀਦੀ ਹੈ, ਜੇ ਉਹ ਵੀ ਪੂਰੀ ਨਹੀਂ ਮਿਲਦੀ ਤਾਂ ਉਹਨੂੰ ਆਪਾਂ ਭੁੱਖਮਰੀ ਕਹਿੰਦੇ ਆ। ਸੋ ਇਹਦੇ ਵਿੱਚ ਜਿਹੜੀ ਪੂਰੀ ਭੁੱਖਮਰੀ ਹੈ ਉਹਦੇ ਵਾਲੇ ਤਾਣਗੇ, ਜਿਹੜੀ ਅੱਧ ਭੁੱਖਮਰੀ ਹੈ ਉਹਦੇ ਵਾਲੇ ਸ਼ਾਇਦ ਪੂਰੇ ਇਹਦੇ ਵਿੱਚ ਨਾ ਆਏ ਹੁਣ, ਕਿਉਂਕਿ ਮਾਪਦੰਡ ਇਦਾਂ ਦੇ ਨੇ। ਜੀ, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਵੀ ਜਿਹੜੀ ਤੈਅ ਕੈਲਰੀ ਹੈ ਉਹ ਤਾਂ ਸਿਰਫ ਇਹ ਹੈ ਕਿ ਵੀ ਪਾਪੀ ਪੇਟ ਦੀ ਸਿਰਫ ਅੱਗ ਬੁਝਾਉਣ ਦਾ ਹੀ ਮਸਲਾ ਹੈ। ਜਦੋਂ ਆਪਾਂ ਅੱਗ ਬੁਝਾਉਣ ਤੋਂ ਬਾਅਦ ਜਦੋਂ ਤੁਸੀਂ ਭੁੱਖੇ ਨਹੀਂ ਹੋ ਤੇ ਸਿਹਤਮੰਦ ਹੋਣ ਦੇ ਵਿਚਕਾਰ ਵਾਲਾ ਜਿਹੜਾ ਪੜ ਹੈ, ਉਹਨੂੰ ਅਸੀਂ ਕਿਵੇਂ ਵੇਖਦੇ ਹਾਂ? ਉਹਨੂੰ ਅਸੀਂ ਦੇਖਦੇ ਹਾਂ, ਉਹਨੂੰ ਕੁਪੋਸ਼ਣ ਕਈ ਤਰ੍ਹਾਂ ਦੇ ਕੁਪੋਸ਼ਣ 'ਚ ਦੇਖਦੇ ਹਾਂ। ਜਿਵੇਂ ਅਸੀਂ ਕਹਿੰਦੇ ਹਾਂ ਜੇ ਪ੍ਰੋਟੀਨ ਘੱਟ ਹੈ, ਇਸ ਬਿੱਲ ਨੇ ਵੀ ਕੋਈ ਪ੍ਰੋਟੀਨ ਦਾ ਓਡਾ ਵੱਡਾ ਪ੍ਰਾਵਧਾਨ ਨਹੀਂ ਕਰਿਆ। ਜੇ 500 ਕੈਲੋਰੀ ਦੇ ਰਹੇ ਨੇ ਤਾਂ 15 ਗ੍ਰਾਮ ਪ੍ਰੋਟੀਨ ਨਾਲ ਦੇ ਰਹੇ ਨੇ, ਜਦ ਕਿ 20 ਤੋਂ 25% ਪ੍ਰੋਟੀਨ ਚਾਹੀਦੀ ਹੈ ਖੁਰਾਕ 'ਚ। ਸੋ ਇੱਕ ਤਾਂ ਇਹ ਹੈ। ਦੂਜਾ ਵਿਟਾਮਿਨਸ, ਜਦ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਉਹਦੇ ਨਾਲ ਕਈ ਬਿਮਾਰੀਆਂ, ਕੰਮ ਦੀ ਥੋੜੀ ਸ਼ਮਤਾ ਘੱਟ, ਹਾਲਾਂਕਿ ਪੂਰੀ ਘਟਦੀ ਨਹੀਂ ਕਿਉਂਕਿ ਕੈਲੋਰੀਜ਼ ਮਿਲ ਗਈਆਂ, ਥੋੜਾ ਕਿੰਨਾ ਤੋਂ ਚੱਲਦਾ ਤੇ ਪਰ ਕਿਉਂਕਿ ਇਹਦੇ ਨਾਲ ਬਿਮਾਰੀਆਂ ਹੋਣੀਆਂ, ਕੰਮ ਦੀ ਸ਼ਮਤਾ ਘੱਟ ਹੋਣੀ, ਕੰਮ 'ਚ ਕੰਸੈਂਟਰੇਸ਼ਨ ਘੱਟ ਹੋਣੀ, ਮਨ ਘੱਟ ਲੱਗਣਾ, ਇਹ ਜ਼ਿਆਦਾ ਹੁੰਦੀਆਂ ਨੇ। ਇਹਨੂੰ ਵੀ ਅਸੀਂ ਕੁਪੋਸ਼ਣ ਕਹਿੰਦੇ ਹਾਂ। ਅਨਬੈਲੈਂਸਡ ਡਾਈਟ ਦੇ ਨਾਲ ਵੀ ਕੁਪੋਸ਼ਣ ਹੁੰਦਾ। ਉਹਦੇ 'ਚ ਅਸੀਂ ਕਹਿੰਦੇ ਹਾਂ ਇਹਨੂੰ ਵਿਟਾਮਿਨ ਏ ਦੀ ਕਮੀ ਹੈ, ਕਿਸੇ ਨੂੰ ਵਿਟਾਮਿਨ ਡੀ ਦੀ ਕਮੀ ਹੈ, ਕਿਸੇ ਨੂੰ ਬੀ ਦੀ ਕਮੀ ਹੈ, ਉਹਦੇ ਨਾਲ ਕਈ ਬਿਮਾਰੀਆਂ ਹੋ ਰਹੀਆਂ ਨੇ। ਕਿਸੇ ਦੇ ਵਿੱਚ ਪ੍ਰੋਟੀਨ ਦੀ ਕਮੀ ਹੈ, ਉਹਨੂੰ ਪ੍ਰੋਟੀਨ ਮਾਲ ਨਿਊਟ੍ਰੀਸ਼ਨ ਅਸੀਂ ਕਹਿੰਦੇ ਹਾਂ। ਜਾਂ ਜੇ ਡਾਕਟਰੀ ਮਾਇਨਾ ਨਾ ਹੋਵੇ ਤਾਂ ਅਸੀਂ ਕਹਿੰਦੇ ਕਿ ਬੰਦੇ ਦੇ ਐਵੇਂ ਸਾਂਝੇ ਮਾਰੇ ਪਏ ਨੇ, ਐਵੇਂ ਸਾਣ ਮਾਰੇ ਪਏ ਨੇ ਬੰਦੇ, ਸਾਣ ਮਾਰੇ ਪਏ ਨੇ। ਸਾਣ ਮਾਰੇ ਤਾਂ ਕੈਲੋਰੀ ਘੱਟ ਕਰਕੇ ਵੀ ਨੇ ਤੇ ਇਹਨਾਂ ਕਰਕੇ ਵੀ ਨੇ। ਕੈਲੋਰੀਆਂ ਘੱਟ ਹੋਣ ਕਰਕੇ ਸਾਣ ਮਾਰੇ ਪਏ ਨੇ। ਬੰਦਾ ਆਦਮ ਮਰਿਆ ਤੁਰਦਾ, ਔਖੇ ਹੋ ਕੇ ਕੰਮ ਕਰਦਾ, ਦਿਲ ਨਹੀਂ ਕਰਦਾ ਕੰਮ ਕਰਨ ਨੂੰ, ਜਿੰਨਾ ਕੰਮ ਕਰ ਸਕਦਾ ਉਹਨਾਂ ਕੰਮ ਨਹੀਂ ਕਰ ਰਿਹਾ। ਜਦੋਂ ਉਹਨਾਂ ਕੰਮ ਹੱਡ ਭੰਨਣੀ ਲੱਗੀ ਰਹਿੰਦੀ ਹੈ, ਹੱਡ ਭੰਨਣੀ ਸਾਰਾ ਦਿਨ। ਤੁਸੀਂ ਦੇਖੋ ਜੇ ਸਾਡੀਆਂ ਖੇਤੀ ਹੈ ਜਿਹੜੀ ਡਾਕਟਰ ਸਾਹਿਬ ਜਿਹਨੂੰ ਆਪਾਂ ਪੰਜਾਬੀ 'ਚ ਹੱਡ ਭੰਨਣੀ ਕਹਿੰਦੇ, ਇਹਨੂੰ ਹੀ ਆਪਾਂ ਕ੍ਰੋਨਿਕ ਫਟੀਗ ਕਹਿੰਦੇ ਆ ਨਾ। ਹਾਂ, ਵੀ ਹੱਡ ਭੰਨਣੀ ਇਹੀ ਹੈ ਕਿ ਜੀ ਮੇਰਾ ਸਰੀਰ ਕੰਮ ਜਾਂ ਨਹੀਂ ਕਰਦਾ, ਨਿਢਾਲ ਜਾ ਹੋਇਆ ਰਹਿੰਦਾ, ਸੁਸਤੀ ਜੀ ਛਾਈ ਰਹਿੰਦੀ ਹੈ। ਤੇ ਇਹ ਕ੍ਰੋਨਿਕ ਫਟੀਗ ਹੈ, ਸੁਸਤੀ ਛਾਈ ਰਹਿੰਦੀ ਹੈ, ਕੰਮ ਨੂੰ ਨਾ ਮਨ ਕਰਦਾ ਨਾ ਸਰੀਰ ਮੰਨਦਾ ਕੰਮ ਕਰਨ ਨੂੰ। ਦੋਹਾਂ ਦਾ ਇਕੱਠਾ ਤਾਲਮੇਲ ਹੈ। ਮਨ ਕਰਦਾ ਹੋਵੇ ਸਰੀਰ ਉਹਨੂੰ ਹੁਕਮ ਹੀ ਨਹੀਂ ਦਿੰਦਾ ਵੀ ਹਾਂ ਕਰ ਲੈ, ਸਰੀਰ ਇਹ ਨਿਢਾਲ ਹੈ। ਡਾਕਟਰ ਸਾਹਿਬ, ਜਦੋਂ ਆਪਾਂ ਇਸ ਬਿੱਲ ਦੇ ਉੱਤੇ ਪੰਜਾਬ 'ਚ ਗੱਲ ਕਰਦੇ ਹਾਂ ਦੇ ਆਪਾਂ ਕੀ ਕਹਿੰਦੇ ਨੇ ਭੁੱਖਮਰੀ ਦੀ ਗੱਲ ਕਰਦੇ ਹਾਂ ਜਾਂ ਖੁਰਾਕ ਸੁਰੱਖਿਆ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬੈਠ ਕੇ, ਇੱਕ ਪੰਜਾਬ ਬਾਰੇ ਅਸੀਂ ਲਗਾਤਾਰ ਜਿਹੜੇ ਆਪਣੇ ਸਿਆਸਤਦਾਨਾਂ ਤੋਂ ਲੈ ਕੇ, ਗੀਤਕਾਰਾਂ ਤੋਂ ਲੈ ਕੇ, ਫਿਲਮ ਸਾਜ਼ਾਂ ਤੋਂ ਲੈ ਕੇ ਤਮਾਮ ਜੋ ਵਿਦਵਾਨ ਨੇ ਉਹ ਗੱਲ ਕਰਦੇ ਨੇ ਕਿ ਵੀ ਪੰਜਾਬ ਨੇ ਪੂਰੇ ਹਿੰਦੁਸਤਾਨ ਦਾ ਜਿਹੜਾ ਭੰਡਾਰ ਹੈ ਉਹ ਭਰ ਦਿੱਤਾ। ਤੇ ਜਿਹੜਾ ਸਾਡਾ ਹਿੰਦੁਸਤਾਨ ਦਾ ਅਨਾਜ ਦਾ ਭੰਡਾਰ ਭਰਨ ਵਾਲਾ ਸੂਬਾ ਹੈ, ਉਹਦੇ ਲਈ ਜਿਹੜਾ ਖੁਰਾਕ ਸੁਰੱਖਿਆ ਵਾਲਾ ਬਿੱਲ ਹੈ, ਇਹਦੀ ਕੋਈ ਅਹਿਮੀਅਤ ਹੈ? ਸਾਨੂੰ ਵੀ ਇਹਦੀ ਕੋਈ ਲੋੜ ਹੈ? ਬਹੁਤ ਵੱਡੀ ਲੋੜ ਹੈ। ਅਸਲ 'ਚ ਇੱਕ ਮਿਥ ਕ੍ਰੀਏਟ ਕਰਿਆ ਗਿਆ, ਇੱਕ ਗੱਪ ਜਿਹਨੂੰ ਕਰਿਆ ਜਾਂਦਾ ਹੈ ਵੀ ਪੰਜਾਬ ਵਾਲੇ ਤਾਂ ਬਹੁਤ ਹੀ ਤੰਦਰੁਸਤ ਨੇ, ਕਿਸੇ ਜ਼ਮਾਨੇ ਸੀਗੇ। ਅੱਜ ਪੰਜਾਬ ਦੀ ਹਵਾ, ਪਾਣੀ ਤੇ ਭੋਜਨ ਦੇ ਮਾਮਲੇ 'ਚ ਵੀ ਅੱਜ ਪੰਜਾਬ ਦੀ 52% ਆਬਾਦੀ, 55% ਰੂਰਲ ਏਰੀਆ ਦੀ ਤੇ 45% ਅਰਬਨ ਏਰੀਆ ਦੀ ਆਬਾਦੀ ਹੈ ਜਿਹੜੀ ਉਹ ਮਾਲ ਨਿਊਟ੍ਰੀਟਡ ਹੈ। ਉਸ ਤਰੀਕੇ ਨਾਲ ਜੇ ਅਸੀਂ ਐਨ ਐਗਜ਼ੈਕਟ ਦੇਖਦੇ ਹਾਂ, ਇਹ ਵੀ ਸਰਕਾਰੀ ਅੰਕੜਾ ਹੈ, ਇਹ ਵੀ ਸਰਕਾਰੀ ਅੰਕੜਾ ਹੈ। ਸੋ ਜੇ ਅਸੀਂ ਇਹਨਾਂ ਨੇ ਆਪ ਕਿਹਾ ਵੀ ਅਸੀਂ 52% ਨੂੰ ਤਾਂ ਅਸੀਂ ਦੇਵਾਂਗੇ, ਇਹਦੇ ਵਿੱਚ ਬਿੱਲ ਦੇ ਵਿੱਚ 52% ਪੰਜਾਬੀਆਂ ਨੂੰ ਇਹ 'ਚ ਕਵਰ ਹੋਣੇ ਨੇ, ਜਿਹੜਾ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਬਿੱਲ ਪਾਸ ਕਰਿਆ। ਸੋ ਜੇ 52% ਪੰਜਾਬੀ ਜਿਹੜੇ ਨੇ ਉਹਨਾਂ ਨੂੰ ਮਾਲ ਨਿਊਟ੍ਰੀਸ਼ਨ ਹੈ, ਠੀਕ ਹੈ, ਅਨਾਜ ਜ਼ਿਆਦਾ ਪੈਦਾ ਹੋਣ ਦਾ ਮਤਲਬ ਇਹ ਨਹੀਂ ਵੀ ਲੋਕਾਂ 'ਚੋਂ ਭੁੱਖਮਰੀ ਖਤਮ ਹੁੰਦੀ ਹੈ। ਲੋਕਾਂ ਦੀ ਸਮਰੱਥਾ ਕਿੰਨੀ ਆ ਉਸ ਅਨਾਜ ਨੂੰ ਲੈਣ ਦੀ। ਜੇ ਉਹ ਲੋਕ ਖਰੀਦ ਹੀ ਨਹੀਂ ਸਕਦੇ ਉਹ ਅਨਾਜ
ਤੇ ਫਿਰ ਅਨਾਜ ਭੰਡਾਰਾਂ 'ਚ ਪਿਆ ਰਹੇ। ਹੁਣ ਆਪਾਂ ਨੂੰ ਪਤਾ ਹੀ ਹੈ ਹਿੰਦੁਸਤਾਨ ਦੇ ਭੰਡਾਰ ਕਿੰਨੇ ਭਰੇ ਪਏ ਨੇ, ਸਰਪਲਸ ਪੂਲ ਕਿੰਨਾ ਪਿਆ, ਉਹਨੂੰ ਸਾਹਮਣਾ ਔਖਾ ਹੋਇਆ ਪਿਆ। ਪੰਜਾਬ ਦੇ ਵਿੱਚ ਕਿੰਨੇ ਜਗ੍ਹਾ ਤੇ ਪੰਜਾਬ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਹੈ ਤਰਪਾਲਾਂ ਦੇ ਥੱਲੇ ਅਨਾਜ ਰੱਖਿਆ ਜਾਂਦਾ ਤੇ ਥੱਲੇ ਉਹਦੇ ਉਹ ਥੜੇ ਵੀ ਠੀਕ ਨਹੀਂ ਹੁੰਦੇ ਤੇ ਮੀਂਹ ਦੇ ਵਿੱਚ ਵੀ ਖਰਾਬ ਹੁੰਦਾ ਰਹਿੰਦਾ। ਕਣਕ, ਚਾਵਲ, ਸਾਰਾ ਝੋਨਾ ਸਭ ਖਰਾਬ ਹੋ ਰਹੇ ਨੇ, ਸੈਲਰਾਂ 'ਚ ਪਿਆ ਅਨਾਜ ਖਰਾਬ ਹੋ ਰਿਹਾ। ਇਹਦੇ ਬਾਵਜੂਦ ਲੋਕਾਂ ਨੂੰ ਅਨਾਜ ਨਹੀਂ ਮਿਲ ਰਿਹਾ। ਇਸੇ ਕਰਕੇ ਪੰਜਾਬ ਦੇ ਅੱਜ ਮਿਡ ਡੇ ਮੀਲ ਦਾ ਜੇ ਤੁਸੀਂ ਤਜਰਬਾ ਕਰੋ, ਇਹ ਦੇਖਿਆ ਜਾਂਦਾ ਹਾਲਾਂਕਿ ਇੱਕ ਵਾਰੀ ਦਾ ਭੋਜਨ ਮਿਲਣਾ, ਬੱਚਿਆਂ ਦੀ ਦਾਖਲੇ ਦੀ ਗਿਣਤੀ ਸਰਕਾਰੀ ਸਕੂਲਾਂ 'ਚ ਵੱਧ ਗਈ ਕਿਉਂਕਿ ਉੱਥੇ ਰੋਟੀ ਮਿਲਦੀ ਹੈ। ਇੱਕ ਭੁੱਖਮਰੀ ਦਾ ਹੋਰ ਨਿਸ਼ਾਨੀ ਜਿਹੜੀ ਅਸੀਂ ਬਚਪਨ 'ਚ ਕਈ ਵਾਰ ਮਤਲਬ ਰੋਟੀ ਦੇ ਲਾਲਚ ਦੇ ਵਿੱਚ ਵੀ ਤੁਸੀਂ ਬੱਚਿਆਂ ਨੂੰ ਸਕੂਲ ਲਿਆ ਸਕਦੇ ਹੋ। ਬਿਲਕੁਲ ਪੱਕਾ 100%। ਜਿਹੜਾ ਅਸੀਂ ਕਹਿੰਦੇ ਸੀ ਕਿ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ, ਤੀਜਾ ਨੇਤਰ ਖੋਲਣ ਦੇ ਨਾਂ ਤੇ ਅਸੀਂ ਨਹੀਂ ਲਿਆ ਸਕੇ, ਪਰ ਰੋਟੀ ਦੇ ਨਾਂ ਤੇ ਲਿਆ ਸਕੇ। ਰੋਟੀ ਦੇ ਨਾਂ ਤੇ ਆ ਰਹੇ ਨੇ। ਇੱਕ ਗੱਲ ਮੈਂ ਮੋਟੀ ਦੇਖਦਾ, ਜਿਹੜਾ ਕਦੇ ਨਹੀਂ ਇਹ ਮੰਨਦੇ ਆਮ ਲੋਕ, ਪਿੰਡਾਂ 'ਚ ਅਸੀਂ ਦੇਖਦੇ ਜਦ ਬੱਚਾ ਨਾ ਇੱਕ ਤੋਂ ਦੂਜੀ ਰੋਟੀ ਮੰਗਦਾ, ਉਹਨੂੰ ਅੱਧਾ ਖੰਨਾ ਰੋਟੀ ਕਹਿੰਦੇ ਹੁੰਦੇ, ਅੱਧਾ ਰੋਟੀ ਦੇ ਕੇ ਕਹਿੰਦੇ ਲੈ ਹੁਣ ਤੂੰ ਖਾਈ ਜਾਣੀਆਂ ਨੇ, ਹੁਣ ਤੂੰ ਅਸਲ 'ਚ ਗੱਲ ਕੀ ਹੁੰਦੀ, ਛਾਬੇ 'ਚ ਰੋਟੀ ਨਹੀਂ ਹੁੰਦੀ ਸੀ। ਇਹ ਪੰਜਾਬ 'ਚ ਵਾਪਰਦਾ ਰਿਹਾ, ਹੁਣ ਵੀ ਵਾਪਰ ਰਿਹਾ ਵੀ ਉਹਨਾਂ ਕੋਲ ਉਨੀ ਰੋਟੀ ਹੈ ਨਹੀਂ, ਉਹ ਬੱਚੇ ਨੂੰ ਚੁੱਪ ਕਰਾਉਣਾ ਚਾਹੁੰਦੇ ਨੇ ਥੋੜਾ ਖਿਲਾ ਕੇ, ਤੇ ਉਹਦੇ ਨਾਲ ਫਿਰ ਬੱਚੇ ਨੇ ਕਮਜ਼ੋਰ ਰਹਿ ਨਹੀਂ ਰਹਿਣਾ। ਸੋ ਇਹ ਮਿੱਥ ਕਈਆਂ ਦਾ ਇਹ ਵੀ ਵਿਚਾਰ ਹੋਊ ਵੀ ਇੱਥੇ ਤਾਂ ਜੀ ਮਾਈਗ੍ਰੇਟਰੀ ਲੇਬਰ ਆ ਗਈ, ਸ਼ਾਇਦ ਉਹ ਜ਼ਿਆਦਾ ਭੁੱਖੇ ਨੇ। ਬਿਲਕੁਲ ਗਲਤ ਹੈ। ਜਿੰਨੀ ਪੰਜਾਬ ਦੀ ਸ਼ੈਡਿਊਲ ਕਾਸਟ ਪਾਪੂਲੇਸ਼ਨ ਪਿੰਡਾਂ 'ਚ ਰਹਿ ਰਹੀ ਹੈ, ਉਹਦੇ ਸਾਰੇ ਧੰਦੇ ਖੁੱਸ ਗਏ ਨੇ। ਜਿਹੜੇ ਆਰਟੀਜ਼ਨ ਪੰਜਾਬ 'ਚ ਰਹਿੰਦੇ ਸੀ, ਚਾਹੇ ਮਿਸਤਰੀ ਸੀ ਚਾਹੇ ਕੋਈ ਹੋਰ ਸੀ, ਉਹਨਾਂ ਸਭ ਦੇ ਧੰਦੇ ਖੁੱਸ ਗਏ ਨੇ। ਜਿਹੜੀ ਨਵਾਂ ਵਿਕਾਸ ਹੋਇਆ, ਇਸ ਵਿਕਾਸ 'ਚ ਧੰਦਾ ਉਹਨਾਂ ਦਾ ਖੁੱਸ ਗਿਆ, ਨਵਾਂ ਉਹਨਾਂ ਨੂੰ ਕੋਈ ਜੌਬ ਮਿਲਿਆ ਨਹੀਂ। 30 ਲੱਖ ਨੌਜਵਾਨ ਬੇਰੁਜ਼ਗਾਰ ਹੈ ਪੰਜਾਬ ਦੇ ਵਿੱਚ। ਤੇ ਫਿਰ ਜੇ ਉਹ ਬੇਰੁਜ਼ਗਾਰ ਨੇ ਤਾਂ ਦੋ ਹੀ ਪਾਸੇ ਨੂੰ ਜਾਂਦੇ ਨੇ, ਸਿਹਤ ਉਹਨਾਂ ਦੀ ਥੱਲੇ ਜਾ ਜਾਂਦੀ ਹੈ, ਨਸ਼ੇ ਹੋਰ ਸਾਰਾ ਕੁਝ ਹੀ ਜਾਂਦਾ ਹੈ, ਤੇ ਜਿੰਨਾ ਕੁ ਉਹਨਾਂ ਨੂੰ ਮਿਲਦਾ ਉਹਦੇ ਨਾਲ ਗੁਜ਼ਾਰਾ ਕਰਦੇ ਨੇ। ਤੇ ਇਸ ਕਰਕੇ ਸਿਹਤ ਜਿਉਂ-ਜਿਉਂ ਸਿਹਤ ਥੱਲੇ ਜਾਏਗੀ ਤਿਉਂ ਜਿਹੜੀ ਤੁਹਾਡੀ ਸੋਚਣ ਸਮਝਣ ਦੀ ਤੁਹਾਡੀ ਬੰਦੇ ਦੀ ਸੋਚਣ ਸਮਝਣ ਦੀ ਸਮਰੱਥਾ ਵੀ ਜਾਏਗੀ ਤੇ ਉਹ ਨਿਗਾਰ ਵੱਲ ਵੀ ਜਾਏਗਾ ਤੇ ਪ੍ਰੋਡਕਸ਼ਨ ਵੀ ਘਟੇਗੀ, ਜੀਡੀਪੀ ਥੱਲੇ ਜਾਏਗਾ। ਜਿਹੜਾ ਇਹ ਰੌਲਾ ਪਾਇਆ ਜਾ ਰਿਹਾ ਵੀ ਜੀਡੀਪੀ ਇਹਦੇ ਨਾਲ ਵਧਣ, ਜੀਡੀਪੀ ਇਹਦੇ ਨਾਲ ਥੱਲੇ ਜਾਏਗਾ ਜੇ ਤੁਸੀਂ ਉਹਨੂੰ ਪੂਰੀ ਰੋਟੀ ਨਹੀਂ ਦਿੰਦੇ। ਕਿਉਂਕਿ ਪੰਜਾਬ ਦੇ ਵਿੱਚ ਵੀ ਬਾਕੀ ਜਗ੍ਹਾ ਦੇ ਵਿੱਚ ਵੀ ਜਿਹੜੀ ਪੰਜਾਬ 'ਚ ਘੱਟ ਹੈ ਥੋੜੀ ਜੀ, ਖੇਤੀਬਾੜੀ ਜਿਹੜੀ ਹੈ, ਛੋਟੀ ਖੇਤੀਬਾੜੀ ਖਾਸ ਕਰਕੇ, ਉਹ ਬੰਦਿਆਂ ਦੀ ਲੇਬਰ ਤੇ ਨਿਰਭਰ ਹੈ। ਛੋਟੀ ਖੇਤੀ ਹੈ, ਇਹ ਮਨੁੱਖੀ ਜਿਹੜੀ ਸ਼ਕਤੀ ਹੈ ਉਹਦੇ ਉੱਤੇ ਚੱਲ ਰਹੀ ਹੈ ਬਹੁਤੇ ਸੂਬਿਆਂ ਦੇ ਵਿੱਚ। ਪੰਜਾਬ 'ਚ ਭਾਵੇਂ ਘੱਟ ਹੈ, ਪੰਜਾਬ 'ਚ ਕਿਉਂਕਿ ਮੈਕਨਾਈਜੇਸ਼ਨ ਜ਼ਿਆਦਾ ਹੋ ਗਈ, ਹਰਿਆਣੇ 'ਚ ਆਪਾਂ ਹਰੇ ਇਨਕਲਾਬ ਵਾਲਾ ਪੂਰਾ ਜਿਹੜਾ ਇਲਾਕਾ ਬਾਹਰ ਰੱਖ ਕੇ ਜੇ ਦੇਖੀਏ ਤੇ ਉਹ ਤਾਂ ਉੱਥੇ ਤਾਂ ਬਿਲਕੁਲ ਹੀ ਉਹ ਮਨੁੱਖੀ ਆਧਾਰ ਤੇ ਹੈ। ਹੁਣ ਜਦੋਂ ਬੰਦਾ ਕੰਮ ਨਹੀਂ ਕਰ ਸਕਦਾ, ਖਾਣਾ ਘੱਟ ਖਾਂਦਾ, ਤਾਂ ਉਹਦੇ ਖੇਤ 'ਚ ਪ੍ਰੋਡਕਸ਼ਨ ਘੱਟ ਹੋਊ, ਉੱਥੋਂ ਨਦੀਨ ਹੀ ਨਹੀਂ ਕੱਢ ਸਕਦਾ। ਜਿੰਨੀ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ ਸਮੇਂ ਤੇ ਉਹ ਵਾਹੀ ਨਹੀਂ ਕਰ ਸਕਦਾ, ਵਾਢੀ ਨਹੀਂ ਕਰ ਸਕਦਾ, ਤਾਂ ਉਹਦਾ ਨੁਕਸਾਨ ਹੁੰਦਾ ਹੈ। ਉਹ ਦੇਸ਼ ਦੇ ਜੀਡੀਪੀ ਨੂੰ ਘਟਾਉਂਦੀ ਹੈ। ਤੇ ਜੇ ਅਸੀਂ ਉਹਨੂੰ ਥੋੜੀ ਜਿਹੀ ਭੋਜਨ ਸੁਰੱਖਿਆ ਦਿੰਦੇ ਹਾਂ ਤਾਂ ਉਹ ਜੀਡੀਪੀ ਵਧੇਗਾ। ਇਸ ਪਾਸੇ ਦੇ ਜੀਡੀਪੀ ਨੂੰ ਦੇਖਣ ਦੀ ਲੋੜ ਹੈ। ਜਿੰਨਾ ਕੁ ਅਸੀਂ ਇਸ ਬਿੱਲ ਦੇ ਉੱਤੇ ਪੂਰੇ ਮੁਲਕ ਦੇ ਵਿੱਚ 30,000 ਕਰੋੜ ਰੁਪਈਆ ਵਾਧੂ ਖਰਚ ਹੋਣਾ, 1 ਲੱਖ ਕਰੋੜ ਰੁਪਏ ਤਾਂ ਪਹਿਲਾਂ ਹੀ ਸਰਕਾਰ ਖਰਚ ਰਹੀ ਹੈ, ਤੇ 53 ਜਿਹੜਾ ਲੱਖ ਟਨ ਅਨਾਜ ਹੈ ਉਹ ਆਲਰੇਡੀ 53 ਮਿਲੀਅਨ ਟਨ ਦੇ ਰਹੀ ਹੈ, ਤੇ 4 ਮਿਲੀਅਨ ਟਨ ਹੋਰ ਦੇਣਾ ਪੈਣਾ। ਸੋ ਇਸ ਕਰਕੇ ਜੇ ਅਸੀਂ ਇਸ ਪਾਸੇ ਨੂੰ ਦੇਖਾਂਗੇ ਤਾਂ ਉਹਦੇ 'ਚ ਜੀਡੀਪੀ 'ਚ ਵੱਡਾ ਹਿੱਸਾ ਪਏਗਾ ਇਹ 30,000 ਕਰੋੜ ਦੇ ਨਾਲ। ਤੇ ਕਿਉਂਕਿ ਜ਼ਿਆਦਾ ਬੰਦਿਆਂ ਨੂੰ ਸਰਵ ਕਰੇਗਾ, ਉਹ ਜ਼ਿਆਦਾ ਬੰਦਿਆਂ ਦੀ ਜੇ ਥੋੜੀ ਕਹਿੰਦੇ ਤੁਪਕੇ ਨਾਲ ਸਮੁੰਦਰ ਭਰਨ ਵਾਲੀ ਗੱਲ ਹੈ। ਤੇ ਉਹ ਜਿਹੜੇ ਇੰਨੇ 67% ਆਬਾਦੀ 80 ਕਰੋੜ ਲੋਕਾਂ ਦੀ ਪ੍ਰੋਡਕਸ਼ਨ ਹੈ ਜਿਹੜੀ, ਉਹ 30,000 ਕਰੋੜ ਰੁਪਏ ਨਾਲੋਂ ਕਿਤੇ ਜ਼ਿਆਦਾ ਹੋਏਗੀ। ਜੀ ਡਾਕਟਰ ਸਾਹਿਬ, ਜਿਹੜੀ ਤੁਸੀਂ ਇੱਕ ਗੱਲ ਕਹੀ ਸੀਗੀ ਕਿ ਜਿਹੜੇ ਰਵਾਇਤੀ ਧੰਦਿਆਂ ਦੇ ਵਿੱਚ ਬੰਦਾ ਲੱਗਿਆ ਹੋਇਆ ਸੀ ਪਿੰਡਾਂ ਦੇ ਵਿੱਚ, ਖਾਸ ਤੌਰ ਦੇ ਉੱਤੇ ਖੇਤੀ ਨਾਲ ਜਾਂ ਹੋਰ ਧੰਦਿਆਂ ਨਾਲ ਜੁੜਿਆ ਹੋਇਆ ਸੀ, ਉਹਨਾਂ ਦੇ ਵਿੱਚੋਂ ਬੰਦੇ ਦਾ ਉਜਾੜਾ ਹੋ ਗਿਆ, ਉਹ ਧੰਦਿਆਂ ਦੇ ਵਿੱਚ ਉਸ ਕਿਸਮ ਨਾਲ ਬੰਦੇ ਦੀ ਮਜ਼ਦੂਰੀ ਦੀ ਲੋੜ ਨਹੀਂ ਪਈ। ਜਿਵੇਂ ਜਿਹੜੇ ਅਰਥ ਸ਼ਾਸਤਰੀ ਨੇ ਅਮ੍ਰਿਤਿਆ ਸੈਨ ਨੇ ਇਸ ਖੇਤਰ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ, ਉਹਨਾਂ ਦੀ ਇੱਕ ਧਾਰਨਾ ਹੈ ਕਿ ਜਦੋਂ ਤੁਸੀਂ ਪਿੰਡ ਘੱਟ ਮਜ਼ਦੂਰੀ ਲੈਂਦੇ ਹੋਏ ਸ਼ਹਿਰ ਦੇ ਵਿੱਚ ਜਾ ਕੇ ਵੱਧ ਪੈਸੇ ਦੇ ਉੱਤੇ ਕੰਮ ਕਰਦੇ ਹੋ ਤੇ ਉਸ ਨਾਲ ਵੀ ਤੁਹਾਡਾ ਕਈ ਵਾਰ ਨੁਕਸਾਨ ਹੁੰਦਾ ਹੈ, ਕਿਉਂਕਿ ਜਦੋਂ ਤੁਹਾਡੇ ਕੋਲ ਕੈਸ਼ ਦੇ ਵਿੱਚ ਆਉਂਦਾ ਉਹ ਤੁਹਾਡੇ ਕੋਲ ਕਿਹੜਿਆਂ ਮੁੱਦਿਆਂ ਦੇ ਉੱਤੇ ਖਰਚਿਆ ਜਾਊਗਾ, ਕਿਹੜੀਆਂ ਮੱਦਾਂ ਰਹਿ ਜਾਣਗੀਆਂ, ਤੇ ਦੂਜੇ ਪਾਸੇ ਜਦੋਂ ਤੁਸੀਂ ਖੇਤ ਦੇ ਵਿੱਚ ਕੰਮ ਕਰਦੇ ਹੋ ਉੱਥੋਂ ਤੁਹਾਨੂੰ ਕਣਕ ਆਉਂਦੀ ਹੈ, ਮੱਕੀ ਆਉਂਦੀ ਹੈ, ਜਾਂ ਉਹ ਹੋਏਗਾ ਕਿ ਉਹ ਵਾਲੀ ਧਾਰਨਾ ਵੀ ਲਾਗੂ ਹੁੰਦੀ ਹੈ ਪੰਜਾਬ ਵਰਗੇ ਸੂਬੇ ਤੇ? ਬਿਲਕੁਲ ਪੰਜਾਬ 'ਚ ਲਾਗੂ ਹੁੰਦੀ ਹੈ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ ਜੀ, ਇਸ ਪਾਸੋਂ ਹਟ ਕੇ ਥੋੜਾ ਜਿਹਾ। ਜਿਵੇਂ ਪੰਜਾਬ 'ਚ ਹਰਾ ਇਨਕਲਾਬ ਆਇਆ, ਹਰਾ ਇਨਕਲਾਬ ਦੇ ਵਿੱਚ ਸਾਡੇ ਕੋਲੇ ਅਸੀਂ ਜਿਹੜੇ ਸੀਰੀਅਲ ਕਹਿੰਦੇ ਅਸੀਂ ਇਹਨਾਂ ਨੂੰ, ਜਿਵੇਂ ਰਾਈਸ ਹੈ, ਚਾਵਲ ਨੇ, ਧਾਨ ਹੈ, ਮੱਕੀ ਹੈ, ਕਣਕ ਹੈ, ਗੰਨਾ ਹੈ, ਇਹਨਾਂ 'ਚ ਤਾਂ ਅਸੀਂ ਹਾਈ ਯੀਲਡਿੰਗ ਵੈਰਾਈਟੀਆਂ ਪੈਦਾ ਕਰੀਆਂ। ਸਾਡੇ ਦਾਲਾਂ ਦੇ ਵਿੱਚ, ਚਨੇ ਦੇ ਵਿੱਚ ਇਹ ਪੈਦਾ ਹੀ ਹੁਣ ਹਟ ਗਈਆਂ। ਸੋ ਦਾਲਾਂ ਦੀ ਪ੍ਰੋਡਕਸ਼ਨ ਪੰਜਾਬ ਦੇ ਵਿੱਚ ਇੰਨੀ ਥੱਲੇ ਚਲੀ ਗਈ, ਅੱਜ ਪ੍ਰੋਟੀਨ ਡੈਫੀਸ਼ੀਐਂਸੀ ਨਹੀਂ, ਮੈਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਈਵਨ ਮੈਡੀਕਲ ਕਾਲਜਾਂ 'ਚ ਪੜ੍ਹਦੇ ਬੱਚਿਆਂ 'ਚ। ਕਿਉਂਕਿ ਪ੍ਰੋਟੀਨ ਆਈ ਨਹੀਂ ਰਹੀ। ਜੇ ਪ੍ਰੋਟੀਨ ਆਉਣੀ ਨਹੀਂ, ਚਨੇ ਆਪਾਂ ਨੂੰ ਪਤਾ ਵੇਸਣ ਕਿੰਨਾ ਮਹਿੰਗਾ, ਤੇ ਉਹ ਫਿਰ ਉੱਪਰਲਾ ਤਬਕਾ ਹੀ ਖਾਏਗਾ, ਤੇ ਅੱਗੇ ਗਰੀਬ ਆਦਮੀ ਦੀ ਰੋਟੀ ਹੁੰਦੀ ਸੀ ਚਨੇ ਖਾਣਾ, ਤੇ ਹੁਣ ਅਮੀਰ ਦੀ ਰੋਟੀ ਬਣ ਗਈ। ਇੱਕ ਦੂਜਾ ਪੱਖ ਜਿਹੜਾ ਕਹਿੰਦੇ ਅਸੀਂ
ਕਿਉਂਕਿ ਜਦ ਉਹ ਰਵਾਇਤੀ ਧੰਦੇ 'ਚ ਆਪਦਾ ਕੰਮ ਕਰਦਾ ਜੀ। ਹੈ ਉੱਥੇ ਉਹਦੀਆਂ ਬਹੁਤ ਸਾਰੀਆਂ ਲੋੜਾਂ ਨੇ ਜਿਹੜੀਆਂ ਬੜੀਆਂ ਸਸਤੇ ਰੂਪ 'ਚ ਪੈਦਾ ਹੁੰਦੀਆਂ ਨੇ ਤੇ ਬਹੁਤ ਸਾਰੀ ਲੋਕਲ ਪ੍ਰੋਡਕਸ਼ਨ ਤੋਂ ਹੁੰਦੀਆਂ ਨੇ। ਜੀ। ਬੈਲੈਂਸ ਡਾਈਟ ਜ਼ਿਆਦਾ ਬਣ ਜਾਂਦੀ ਹੈ ਉਹਦੀ। ਹੁਣ ਜਦੋਂ ਉਹਨੇ ਬਾਜ਼ਾਰ 'ਚ ਜਾਂਦਾ ਹੈ ਤਾਂ ਉਹਨੂੰ ਸਿਰਫ ਪੈਸੇ ਮਿਲਣੇ ਨੇ, ਜੀ। ਉਹ ਪੈਸੇ ਬਾਜ਼ਾਰ ਨਾਲ ਉਹਦੀ ਸਾਰਾ ਕੁਝ ਉਹਦਾ ਲਿੰਕ ਹੋ ਜਾਂਦਾ, ਚਾਹੇ ਕੱਪੜਾ ਲੈਣਾ, ਰੋਟੀ ਲੈਣੀ ਹੈ, ਦਾਲ ਲੈਣੀ ਹੈ, ਸਬਜ਼ੀ ਲੈਣੀ ਹੈ, ਜੀ। ਉਹ ਜਿਹੜਾ ਕੁਝ ਪਹਿਲਾਂ ਉਹਨੂੰ ਸਸਤਾ ਮੁਫਤ ਆਲੇ ਦੁਆਲੇ 'ਚੋਂ ਮਿਲ ਜਾਂਦਾ ਸੀ ਜੀ। ਉਹ ਉਹਨੂੰ ਮੁੱਲ ਲੈਣਾ ਪੈਂਦਾ। ਇਸ ਕਰਕੇ ਦੇਖਣ ਨੂੰ ਤਾਂ ਉਹਦੀ ਜਿਹੜੀ ਹੈ ਦਿਹਾੜੀ ਉਹ ਵੱਧ ਲੱਗਦੀ ਹੈ, ਪੈਸਿਆਂ 'ਚ ਪਰ ਵੱਧ ਅਸਲ ਲੱਗਦੀ ਦੇ ਵਿੱਚ ਉਹ ਘੱਟ ਹੋ ਜਾਂਦੀ ਹੈ। ਇੱਕ ਗੱਲ ਜਿਹੜੀ ਉਹਦੀ ਅਮ੍ਰਿਤਿਆ ਸੈਨ ਹੁਣੀ ਖਰੀਦ ਕਹਿੰਦੇ ਨੇ, ਉਹ ਇਹ ਕਹਿੰਦੇ ਨੇ ਕਿ ਵੀ ਜਦੋਂ ਤੁਹਾਡੇ ਹੱਥ 'ਚ ਪੈਸੇ ਆਉਂਦੇ ਨੇ, ਹਾਂਜੀ, ਉਦੋਂ ਤੁਸੀਂ ਜਿਹੜੀ ਚੋਣ ਹੈ ਹਾਂ। ਉਹ ਕਈ ਵਾਰ ਨੁਮਾਇਸ਼ੀ ਕੰਮ ਤੋਂ ਬਿਲਕੁਲ। ਸ਼ੁਰੂ ਕਰਦੇ ਹੋ, ਬਾਅਦ ਦੇ ਵਿੱਚ ਬੁਨਿਆਦੀ ਇਹ ਜ਼ਰੂਰਤਾਂ ਦੂਜਾ ਤੋਂ ਪੱਖ ਹੈ, ਇਹ ਦੂਜਾ ਪੱਖ ਹੈ, ਮੈਂ ਟੱਚ ਨਹੀਂ ਕਰਿਆ ਸੀ ਜਾਣ ਕੇ। ਇਹ ਦੂਜਾ ਪੱਖ ਇਹ ਹੈ ਕਿ ਉਹ ਪੈਸੇ ਆਉਣ ਨਾਲ, ਕਿਉਂਕਿ ਤੁਹਾਡੇ ਕੋਲ ਕੈਸ਼ ਆ ਗਿਆ, ਜੀ। ਫਿਰ ਤੁਸੀਂ ਜਿਹੜਾ ਤਾਂ ਨਸ਼ੇ ਕਰਦੇ ਹੋ, ਨਸ਼ਾ ਵੱਧ ਖਰਚ ਦੇਗਾ। ਪਹਿਲਾਂ ਤਾਂ ਰੋਟੀ ਹੈ ਨਾ, ਰੋਟੀ ਖਾਈ ਲੈਣੀ ਹੈ। ਜੀ। ਇਸੇ ਤਰ੍ਹਾਂ ਹੀ ਟੀਵੀ ਦੇਖ ਲਓ, ਫਿਲਮ ਚਲੇ ਜਾਓ, ਜੀ। ਜਿਹੜੇ ਚੀਜ਼ਾਂ ਦੀ, ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਇਹਨਾਂ ਦੀ ਲੋੜ ਜੀ। ਨਹੀਂ, ਜਿਹੜੀਆਂ ਚੀਜ਼ਾਂ ਦੀ ਪੇਟ ਨੂੰ ਪੂਰਾ ਕਰਕੇ ਆਪਦੀ ਸਿੱਖਿਆ ਤੇ ਸਿਹਤ ਤੋਂ ਅੱਗੋਂ ਬਾਅਦ ਚ ਲੋੜ ਪੈਂਦੀ ਹੈ, ਜੀ। ਉਹਨਾਂ ਦੀ ਲੋੜ ਪਹਿਲਾਂ ਕਰਨ ਲੱਗ ਜਾਂਦਾ। ਤੇ ਉਹਦੇ ਵਿੱਚ ਇੱਕ ਵੱਡੀ ਹੋਰ ਗੱਲ ਹੈ, ਜਿਹੜਾ ਅੱਜ ਦਾ ਬਾਜ਼ਾਰ ਹੈ, ਉਹ ਬਾਜ਼ਾਰ ਉਹਦੀ ਮੰਗ ਵੀ ਪੈਦਾ ਕਰ ਦਿੰਦਾ, ਉਹਦੇ ਚ ਝੂਠੀ ਮੰਗ, ਜੀ। ਝੂਠੀ ਮੰਗ ਪੈਦਾ ਕਰਦਾ। ਉਹਨੂੰ ਲੱਗਦਾ ਵੀ ਆਹ ਚੀਜ਼ ਬੜੀ ਵਧੀਆ, ਇਹੀ ਖਰੀਦੀਏ। ਜੀ। ਸੋ ਬਿੰਦੀਆਂ, ਸੁਰਖੀਆਂ, ਸਮਾਨ, ਸਜਾਵਟ ਦਾ ਸਮਾਨ ਖਰੀਦਣਾ, ਉਹ ਇਸ ਪਾਸੇ ਨੂੰ ਜ਼ਿਆਦਾ ਲਾਉਂਦਾ ਹੈ, ਨਾ ਕਿ ਉਹਦੀਆਂ ਜਿਹੜੀਆਂ ਬੁਨਿਆਦੀ ਲੋੜਾਂ ਨੇ ਜੀ। ਉਹਨਾਂ ਨੂੰ ਪੂਰਾ ਕਰਨਾ। ਜੀ। ਡਾਕਟਰ ਸਾਹਿਬ, ਇੱਕ ਜਿਹੜੀ ਗੱਲ ਇਸ ਵੇਲੇ ਪੂਰੇ ਮੁਲਕ ਦੇ ਵਿੱਚ ਕੀਤੀ ਜਾ ਰਹੀ ਹੈ, ਕਈ ਅਖਬਾਰਾਂ ਨੇ ਵੀ ਕੀਤੀ ਹੈ, ਕਈ ਵੈਬਸਾਈਟਸ ਦੇ ਉੱਤੇ ਵੀ ਮੈਂ ਦੇਖੀ ਹੈ, ਜਿਹੜੇ ਇਹ ਕਹਿੰਦੇ ਨੇ ਕਿ ਵੀ ਜਿਹੜਾ ਇਹ ਬਿੱਲ ਹੈ, ਹਾਂਜੀ, ਇਹ ਹੁਣ ਤੱਕ ਦਾ ਸਾਰਿਆਂ ਨਾਲੋਂ ਮਾੜਾ ਜਾਂ ਰੱਦੀ ਬਿੱਲ ਪਾਸ ਕੀਤਾ ਗਿਆ ਹਿੰਦੁਸਤਾਨ ਦੇ ਵਿੱਚ। ਇਹਦੇ ਨਾਲ ਜਿਹੜੀ ਸਾਡੀ ਮਾਰਕੀਟ ਆ ਉਹ ਕ੍ਰੈਸ਼ ਕਰ ਗਈ ਹੈ ਇੱਕਦਮ। ਮੈਂ ਇੱਕ ਵੈਬਸਾਈਟ ਤੇ ਦੇਖ ਰਿਹਾ ਸੀ, ਉਹਨਾਂ ਨੇ ਇਹ ਲਿਖਿਆ ਹੋਇਆ ਕਿ ਵੀ ਇੱਕ ਸਵਾਲ ਦਾ ਜਵਾਬ ਦਿਓ ਕਿ ਇਹ ਸਾਰਿਆਂ ਨਾਲੋਂ ਰੱਦੀ ਬਿੱਲ ਹੈ ਜਾਂ ਨਹੀਂ ਹੈ। ਤੁਸੀਂ ਇਹਦੇ ਬਾਰੇ ਕੀ ਕਹਾਂਗੇ? ਦੇਖੋ, ਇੱਕ ਗੱਲ ਆ ਵੀ ਜੇ ਸਵਾਲ ਕਰਨ ਦੇ ਵਿੱਚ ਹੀ ਉਹਦਾ ਜਵਾਬ ਹੁੰਦਾ ਹੈ। ਜੇ ਤੁਸੀਂ ਹਾਂ ਜਾਂ ਨਾ ਚ ਕਹੋਗੇ ਤਾਂ ਬਹੁਤ ਸਾਰੇ ਬੰਦੇ ਇਹਨੂੰ ਜਿਹੜੇ ਕਹਿੰਦੇ ਵੀ ਇਹਦੇ ਚ ਆਹ ਬਦਲ ਹੋਵੇ, ਆਹ ਹੋਵੇ, ਐਂ ਹੋਵੇ, ਆਹ ਫਲਾਨੀ ਕਲੌਜ਼ ਐਂ ਹੋਵੇ। ਮੈਂ ਵੀ ਕਹਿੰਦਾ ਕਈ ਕਲੌਜ਼ਾਂ ਦੇ ਬਾਰੇ ਵੀ ਇਹ ਕਲੌਜ਼ ਨੂੰ ਜਿਹੜੇ ਕਹਿੰਦੇ ਨੇ ਕਿ ਇਹ ਬਿੱਲ ਬਿਹਤਰ ਹੋਣਾ ਚਾਹੀਦਾ, ਉਹ ਵੀ ਕਹਿ ਦੇਣਗੇ ਵੀ ਇਹ ਮਾੜਾ ਹੈ ਜੀ, ਕਿਉਂਕਿ ਬਹੁਤ ਸਾਰੀ ਜਨਤਾ ਕਹਿ ਦੇਗੀ ਮਾੜਾ, ਕਿਉਂਕਿ ਸਵਾਲ ਹੀ ਇਦਾਂ ਦਾ ਹਾਂ ਜਾਂ ਨਾ ਕਹਿਣਾ ਜੀ, ਤਾਂ ਨਾਲ ਵਾਲੇ ਜ਼ਿਆਦਾ ਆ ਸਕਦੇ ਨੇ। ਪਰ ਜਦ ਅਸੀਂ ਇਸ ਬਿੱਲ ਨੂੰ ਦੇਖਦੇ ਹਾਂ ਜੀ, ਤੇ ਦੂਜੀ ਗੱਲ ਇੱਕ ਸੋਚ ਹੈ ਜੀ। ਇੱਕ ਸੋਚ ਇਹ ਹੈ ਵੀ ਤੁਸੀਂ ਕਿਹਦੇ ਪੱਖ 'ਚ ਖੜੇ ਹੋ। ਜੀ। ਸਿੱਧਾ ਲਾਈਨ ਖਿੱਚ ਕੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਤੁਸੀਂ ਲਾਈਨ ਖਿੱਚ ਕੇ ਵੱਡਿਆਂ ਦੇ ਨਾਲ ਖੜੇ ਹੋ ਜਾਂ ਜਿਹੜਾ ਥੱਲੇ ਖੜਾ ਉਹਦੇ ਨਾਲ ਖੜੇ ਹੋ। ਜੇ ਤੁਸੀਂ ਥੱਲੇ ਖੜੇ ਨਾਲ ਖੜੇ ਹੋ ਤਾਂ ਤੁਹਾਡਾ ਫਲਸਫਾ, ਤੁਹਾਡੀ ਸੋਚ, ਤੁਹਾਡਾ ਅਰਥਚਾਰਾ ਉਹ ਬਿਲਕੁਲ ਵੱਖਰਾ ਹੋਏਗਾ, ਜਿਹਦੇ ਨਾਲ ਉਹ ਮੈਜੋਰਟੀ ਲੋਕ ਜਿਹੜੇ ਨੇ, ਜਿਹੜੇ ਖੁੰਝੇ ਲਾਏ ਹੋਏ ਨੇ, ਉਹ ਅੱਗੇ ਆਉਣਗੇ, ਉਹਨਾਂ ਨੂੰ ਵਧਣ ਫੁੱਲਣ ਦਾ ਮੌਕਾ ਮਿਲੇਗਾ, ਸਮਾਜ ਚੰਗਾ ਬਣੇਗਾ। ਜੇ ਤੁਸੀਂ ਤਕੜਿਆਂ ਨਾਲ ਖੜੇ ਹੋ ਫਿਰ ਤੁਸੀਂ ਉਹਨਾਂ ਦੀ ਗੱਲ ਕਰੋਗੇ। ਫਿਰ ਅੱਜ 5,29 ਕਰੋੜ ਰੁਪਈਆ ਜੀ ਹਰ ਸਾਲ ਸਬਸਿਡੀ ਦਿੱਤੀ ਜਾ ਰਹੀ ਹੈ। 5,29,000 ਰੁਪਏ, 1000 ਕਰੋੜ, ਲੱਖ ਕਰੋੜ, 5,29 ਲੱਖ ਕਰੋੜ ਜੀ ਰੁਪਈਆ ਸਬਸਿਡੀ ਦਿੱਤੀ ਜਾ ਰਹੀ ਹੈ। ਐਕਸਾਈਜ਼ ਚ, ਕਸਟਮ ਡਿਊਟੀ ਚ, ਟੈਕਸ ਦੇ ਵਿੱਚ ਛੋਟਾਂ ਦਿੱਤੀਆਂ ਜਾ ਰਹੀਆਂ ਨੇ ਕਾਰਪੋਰੇਟ ਹਾਊਸ ਨੂੰ। ਉਹਦੇ ਤੇ ਕੋਈ ਨਹੀਂ ਬੋਲਿਆ, ਨਾ ਕਿਸੇ ਨੇ ਨਹੀਂ ਕਿਹਾ ਵੀ ਇਹ ਇੰਨੀ ਦੇ ਰਹੇ ਹੋ। ਆ 30,000 ਕਰੋੜ ਰੁਪਏ ਸਿਰਫ, ਕਿਉਂਕਿ 1 ਲੱਖ ਤਾਂ ਆਲਰੇਡੀ ਦੇ ਰਹੇ ਨੇ। ਇਹ 30,000 ਕਰੋੜ ਚ ਐਡਾ ਵੱਡਾ ਵਾਹ ਵੇਲਾ ਉਸ ਸੈਕਸ਼ਨ ਨੇ ਪਾਇਆ ਹੋਇਆ ਹੈ, ਜਿਹੜੀ ਸੈਕਸ਼ਨ ਇਹਨਾਂ ਲੋਕਾਂ ਨੂੰ ਬੰਦੇ ਹੀ ਨਹੀਂ ਸਮਝਦੀ ਵੀ ਇਹ ਤਾਂ ਪਸ਼ੂਆਂ ਤੋਂ ਵੀ ਮਾੜੇ ਨੇ, ਇਹਨਾਂ ਦਾ ਕੀ ਲੋੜ, ਆਪਾਂ ਨੂੰ ਆਪਦਾ ਮਾਰਕੀਟ ਚਲਾਉਣੀ ਹੈ ਕਿ ਆਹ 20-25% ਲੋਕ ਨੇ, ਇਹਨਾਂ ਦਾ ਸਾਰਾ ਪੂਰਾ ਕਰੀ ਜਾਓ। ਇਹ ਸਾਡੇ ਟੀਵੀ ਖਰੀਦਣ, ਫਰਿੱਜ ਖਰੀਦਣ, ਨਵੀਂ ਥੋੜੀ ਰੋਜ਼ ਚੀਜ਼ ਲਿਆ ਦਿਓ, ਵੱਡੀਆਂ ਕਾਰਾਂ ਖਰੀਦਣ, ਵੱਡੀਆਂ ਕੋਠੀਆਂ ਬਣਾਉਣ, ਇਹ ਖਰੀਦੀ ਜਾਣ ਸਾਰਾ ਕੁਝ। ਸੋ ਜਿਹੜੇ 20% ਦੇ ਹੱਕਦਾਰ ਨੇ ਉਹ ਇਸ ਦੇ ਉੱਤੇ ਰੌਲਾ ਪਾਉਂਦੇ ਨੇ। ਜਿਹੜੇ ਬੰਦੇ ਇਸ ਗੱਲ ਦੇ ਪੱਖ ਧਾਰਨੇ ਵੀ ਨਹੀਂ, ਹਿੰਦੁਸਤਾਨ ਦੀ ਜਨਤਾ ਦਾ ਅਧਿਕਾਰ ਹੈ, ਹਿੰਦੁਸਤਾਨ ਦੀ ਸਾਰੀ ਜਾਇਦਾਦ ਦੇ ਵਿੱਚ ਪੂਰੇ ਮੁਲਕ ਦੇ ਲੋਕਾਂ ਦਾ ਹਿੱਸਾ ਹੈ, ਇਹ ਹਿੱਸਾ ਅਸੀਂ ਐ ਧੱਕੇ ਨਾਲ ਨਹੀਂ ਰੋਕਣਾ, ਤਾਂ ਉਹ ਇਹਦੇ ਹੱਕ 'ਚ ਬੋਲਣਗੇ। ਜੀ। ਇੱਕ ਜਿਹੜੀ ਗੱਲ ਹੈ ਕਿ ਜਿਹੜਾ ਇਸ ਕਿਸਮ ਦਾ ਬਿੱਲ ਹੈ, ਜਦੋਂ ਸਾਡੇ ਸਾਹਮਣੇ ਆਇਆ, ਜਦੋਂ ਅਸੀਂ ਮਨੁੱਖੀ ਵਿਕਾਸ ਦੀ ਗੱਲ ਕਰਦੇ ਹਾਂ, ਇਸ ਵੇਲੇ ਜਿਹੜਾ ਹਿੰਦੁਸਤਾਨ ਹੈ ਉਹ ਕੌਮਾਂਤਰੀ ਪੱਧਰ ਦੇ ਉੱਤੇ 134ਵਾਂ ਮੁਲਕ ਹੈ ਮਨੁੱਖੀ ਵਿਕਾਸ ਦੇ ਪੱਧਰ ਉੱਤੇ। ਮਨੁੱਖੀ ਵਿਕਾਸ ਦੀ ਇੱਕ ਜਿਹੜੀ ਧਾਰਨਾ ਹੈ ਉਹ ਇਹ ਹੈ ਕਿ ਵੀ ਬੰਦੇ ਦੇ ਵਿੱਚ ਇੱਕ ਜਿਹੜਾ ਸੈਲਫ ਰਿਸਪੈਕਟਿੰਗ ਐਲੀਮੈਂਟ ਹੋਵੇ, ਜਿਹੜਾ ਬੰਦਾ ਆਪਣਾ ਸਤਿਕਾਰ ਕਰ ਸਕੂਗਾ, ਉਹ ਮਨੁੱਖੀ ਵਿਕਾਸ ਦੇ ਵਿੱਚ ਬਿਹਤਰ ਹੋ ਸਕੇਗਾ। ਜਦੋਂ ਅਸੀਂ ਇਹ ਪੱਖ ਨੂੰ ਤੇ ਇਸ ਬਿੱਲ ਨੂੰ ਤੇ ਹਿੰਦੁਸਤਾਨ ਦੀ ਜਿਹੜੀ ਖੁਰਾਕ ਸੁਰੱਖਿਆ ਦੀ ਹਾਲਤ ਹੈ, ਇਹਨਾਂ ਨੂੰ ਜੋੜ ਕੇ ਦੇਖਦੇ ਹਾਂ ਤੇ ਕੀ ਕहें? ਦੇਖੋ, ਦੋ ਗੱਲਾਂ ਨੇ ਇਹਦੇ 'ਚ। ਇੱਕ ਹੈਗਾ, ਇਹਨੂੰ ਮੈਂ ਕਈ ਵਾਰੀ ਲੋਕਾਂ ਨੂੰ ਐਗਜ਼ਾਮਪਲ ਦਿੰਦਾ ਵੀ ਜੇ ਤੁਹਾਨੂੰ ਕੋਈ ਕਹੇ ਵੀ ਤੁਹਾਡੀਆਂ ਲੱਤਾਂ ਵੱਢ ਕੇ ਸੋਨੇ ਦੀਆਂ ਲੱਤਾਂ ਲਾ ਦਿੰਦਾ ਤੇ ਫਿਰ ਤੁਸੀਂ ਇਹਨੂੰ ਮਨਜ਼ੂਰ ਕਰੋਗੇ? ਜਾਣੀ ਕਿ ਆਪਦੀਆਂ ਲੱਤਾਂ ਤੇ ਖੜੇ ਹੋਣ ਦੀ ਬਜਾਏ ਦੂਜੇ ਦੀਆਂ ਤੇ, ਮੰਗੀ ਹੋਈ ਵਿਸਾਖੀ ਤੇ ਖੜੇ ਹੋਣਾ ਤੁਸੀਂ ਨਹੀਂ ਮਨਜ਼ੂਰ ਕਰੋਗੇ। ਸੋ ਜਦ ਅਸੀਂ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਗੱਲ ਕਰਦੇ ਹਾਂ, ਉਹਦੇ 'ਚ ਸੈਲਫ ਰਿਸਪੈਕਟ ਆਉਂਦੀ ਹੈ ਜੇ ਉਹ ਆਪੇ ਕਰਦਾ ਹੈ। ਪਰ ਜਿਹਦੀਆਂ ਲੱਤਾਂ ਵੱਢੀਆਂ ਗਈਆਂ
ਜੀ। ਚਾਹੇ ਕਿਸੇ ਕਾਰਨ ਕਰਕੇ ਵੱਢੀ ਗਈਆਂ, ਉਹਨੂੰ ਤਾਂ ਲੱਤਾਂ ਲਾਉਣੀਆਂ ਹੀ ਪੈਣਗੀਆਂ। ਹੁਣ ਤਾਂ ਜੇ ਤੁਸੀਂ ਕਹੋਗੇ ਕਿ ਲੱਕੜ ਦੀਆਂ ਲਾ ਦਾਂਗੇ ਤੇ ਉਹ ਲੱਕੜ ਦੀ ਵੀ ਲਵਾ ਲੇਗਾ। ਇੱਜ਼ਤ ਦਾ ਤਾਂ ਸਵਾਲ ਬਾਅਦ ਚ ਆਉਣਾ, ਅੱਜ ਤਾਂ ਉਹਨੂੰ ਰੋਟੀ ਨਹੀਂ ਮਿਲ ਰਹੀ। ਸੋ ਇਸ ਕਰਕੇ ਜਿਹੜਾ ਉਸ ਦੀ ਸੈਲਫ ਰਿਸਪੈਕਟ ਹੈ, ਜੇ ਉਹਨੂੰ ਇਦਾਂ ਰੋਟੀ ਮਿਲੇਗੀ, ਇਹ ਰੋਟੀ ਕੋਈ ਖਰਾਤ ਨਹੀਂ ਹੈ। ਜਿਹੜੇ ਲੋਕਾਂ ਦਾ ਇਹ ਖਿਆਲ ਹੈ ਵੀ ਜੇ 5,29,000 ਕਰੋੜ ਰੁਪਏ ਦੀ ਸਬਸਿਡੀ ਲੈ ਕੇ ਕਰੋੜ ਦੀ ਸਬਸਿਡੀ ਲੈ ਕੇ ਕਾਰਪੋਰੇਟ ਹਾਊਸ, ਵੱਡੇ ਹਾਊਸ ਹੀ ਨੇ, ਤਾਂ ਇੱਕ 3 ਰੁਪਏ ਕਿਲੋ ਚਾਵਲ ਲੈ ਕੇ ਉਹ ਬੰਦਾ ਕਿਵੇਂ ਕਿਸੇ ਦਾ ਮੰਗਤਾ ਕਿਵੇਂ ਬਣ ਗਿਆ? ਉਹਦਾ ਅਧਿਕਾਰ ਹੈ ਉਹਨੂੰ ਹਿੱਸਾ ਮਿਲਣਾ, ਜਿਵੇਂ ਕਿਸੇ ਨੂੰ ਵਜ਼ੀਫਾ ਮਿਲਦਾ ਹੈ, ਕਿਸੇ ਨੂੰ ਕੋਈ ਚੀਜ਼ ਮਿਲਦੀ ਹੈ, ਉਹਦਾ ਇਹ ਅਧਿਕਾਰ ਹੈ, ਉਹਨੂੰ ਅਧਿਕਾਰ ਮਿਲ ਰਿਹਾ, ਉਹਨੂੰ ਕੋਈ ਖਰਾਇਤ ਨਹੀਂ ਮਿਲ ਰਹੀ। ਗੱਲ ਇਹ ਹੈ ਵੀ ਉਹਦਾ ਅਧਿਕਾਰ ਜਿੰਨਾ ਮਿਲਣਾ ਚਾਹੀਦਾ ਉਹਨਾਂ ਅਜੇ ਵੀ ਨਹੀਂ ਮਿਲ ਰਿਹਾ। ਇਹ ਜਦੋਂ ਉਹਨੂੰ ਮਿਲੇਗਾ ਉਹਦੀ ਸੈਲਫ ਰਿਸਪੈਕਟ ਤੇ ਸੱਟ ਨਹੀਂ ਪਏਗੀ, ਬਲਕਿ ਜਿਹੜਾ ਭੁੱਖਮਰੀ ਕਰਕੇ ਸੈਲਫ ਰਿਸਪੈਕਟ ਤੋਂ ਥੱਲੇ ਇੱਕ ਰੋਟੀ ਮੰਗਣ ਵਾਸਤੇ ਹਾੜੇ ਕੱਢਦਾ ਹੈ, ਉਹਦੀ ਇੱਜ਼ਤ ਵਧੇਗੀ ਇਹਦੇ ਨਾਲ। ਜੀ, ਇੱਕ ਜਿਹੜੀ ਗੱਲ ਹੋਰ ਹੈ ਕਿ ਵੀ ਜਦੋਂ ਇਹ ਬਿੱਲ ਪਾਸ ਹੋਏਗਾ, ਲੋਕਾਂ ਨੂੰ ਮੁਫਤ ਦੇ ਵਿੱਚ ਅਨਾਜ ਮਿਲੇਗਾ ਜਾਂ ਸਸਤਾ ਅਨਾਜ ਮਿਲੇਗਾ, ਤੇ ਉਹ ਕੰਮ ਕਰਨ ਤੋਂ ਗੁਰੇਜ਼ ਕਰਨਗੇ। ਇਹਦੇ ਨਾਲ ਜਿਹੜੀ ਬੇਰੁਜ਼ਗਾਰੀ ਹੈ ਵਧੇਗੀ, ਘਟੇਗੀ ਨਹੀਂ। ਇਹਦਾ ਜਿਹੜਾ ਹੈ ਜਿਹੜੇ ਲੋਕਾਂ ਨੂੰ ਇਹ ਅਨਾਜ ਮਿਲਣਾ ਹੈ, ਉਹ ਲੋਕ ਪਹਿਲਾਂ ਹੀ ਮੈਂ ਦੱਸਿਆ ਵੀ ਅੱਧ ਭੁੱਖਮਰੀ ਤੇ ਭੁੱਖਮਰੀ ਦੇ ਵਿੱਚ ਨੇ। ਉਹ ਪਹਿਲਾਂ ਹੀ ਕੰਮ ਉਹਨਾਂ ਕਰ ਨਹੀਂ ਸਕਦੇ, ਬਲਕਿ ਕਿਉਂਕਿ ਉਹਨਾਂ ਦੇ ਕੋਲ ਰੋਟੀ ਖਾਣ ਨੂੰ ਜਗ੍ਹਾ ਨਹੀਂ ਹੈ। ਜਦੋਂ ਉਹਨਾਂ ਨੂੰ ਰੋਟੀ ਖਾਣ ਨੂੰ ਜਗ੍ਹਾ ਮਿਲ ਗਈ, ਉਹ ਵੱਧ ਕੰਮ ਕਰਨਗੇ। ਇਹ ਗੱਲ ਵੱਖਰੀ ਹੈ ਵੀ ਉਹ ਅਨਾਜ ਤੇ ਪੈਸਾ ਨਹੀਂ ਖਰਚ ਰਹੇ, ਫਿਰ ਉਹ ਹੋਰ ਲੋੜਾਂ ਤੇ ਪੈਸਾ ਖਰਚਣਗੇ। ਇਹ ਕੰਮ ਵਧੇਗਾ ਕਿਉਂਕਿ ਉਹਨਾਂ ਦੀ ਕੈਪੈਸਿਟੀ ਵਧੇਗੀ ਕੰਮ ਕਰਨ ਦੀ। ਹੁਣ ਤਾਂ ਉਹ ਕੰਮ ਕਰ ਹੀ ਨਹੀਂ ਸਕਦੇ, ਫਿਰ ਕੰਮ ਕਰਨ ਦੀ ਕੈਪੈਸਿਟੀ ਆ ਗਈ। ਇਹ ਕਹਿਣਾ ਇਹਦੇ ਨਾਲ ਬੇਰੁਜ਼ਗਾਰੀ ਵਧੇਗੀ, ਬਲਕਿ ਇਹਦੇ ਨਾਲ ਪ੍ਰੋਡਕਸ਼ਨ ਦੇਸ਼ 'ਚ ਵਧੇਗੀ। ਇਹਦੇ ਨਾਲ ਲੋਕਾਂ ਦਾ ਜਿਹੜਾ ਕੰਮ ਕਰਨਾ ਹੁਣ ਮਨ ਨਹੀਂ ਕਰਦਾ, ਘਰੇ ਬੈਠੇ ਰਹਿਣਾ। ਦਿਹਾੜੀ ਮਹੀਨੇ 'ਚ 10 ਦਿਨ ਜਾਣਾ ਵੀ ਹੁੰਦਾ, ਮੈਂ ਤਾਂ ਥੱਕਿਆ, ਮੇਰੇ ਤਾਂ ਸਰੀਰ ਟੁੱਟਿਆ ਪਿਆ, ਮੈਨੂੰ ਤਾਂ ਹੱਡ ਭੰਨਵੀਂ ਲੱਗੀ ਆ, ਮੇਰੇ ਤਾਂ ਜਾਣ ਨੂੰ ਦਿਲ ਨਹੀਂ ਕਰਦਾ। ਇਹ ਬਲਕਿ ਉਲਟ ਪਾਸੇ ਨੂੰ ਮੁੜਾ ਕੱਟੇਗਾ। ਇਹਦੇ ਨਾਲ ਰੁਜ਼ਗਾਰ ਵੀ ਵਧੇਗਾ, ਇਹਦੇ ਨਾਲ ਕੰਮ ਕਰਨ ਦੀ ਸਮਰੱਥਾ ਵੀ ਵਧੇਗੀ, ਦੇਸ਼ ਦੀ ਪ੍ਰੋਡਕਸ਼ਨ ਵੀ ਵਧੇਗੀ। ਜੀ ਡਾਕਟਰ ਸਾਹਿਬ, ਜਿਹੜੀ ਤੁਸੀਂ ਸਾਰੀ ਗੱਲ ਕੀਤੀ ਆ, ਉਹਦੇ ਵਿੱਚੋਂ ਇੱਕ ਗੱਲ ਜਿਹੜੀ ਮੈਨੂੰ ਲੱਗੀ ਹੈ, ਉਹ ਇਹ ਲੱਗੀ ਹੈ ਕਿ ਵੀ ਤੁਹਾਨੂੰ ਇਹ ਲੱਗਦਾ ਕਿ ਵੀ ਇਸ ਬਿੱਲ ਦੇ ਵਿੱਚ ਕੁਝ ਸੁਧਾਰ ਦੀ, ਕੁਝ ਸੋਧਾਂ ਕਰਨ ਦੀ ਗੁੰਜਾਇਸ਼ ਸੀ। ਉਹ ਕਿਹੜੀਆਂ ਸੋਧਾਂ ਨੇ ਜਿਨ੍ਹਾਂ ਨਾਲ ਤੁਹਾਨੂੰ ਲੱਗਦਾ ਕਿ ਵੀ ਇਹ ਬਿੱਲ ਸੱਚੀ ਮੁੱਚੀ ਉਹੀ ਹੋ ਸਕਦਾ ਸੀ ਜੋ ਕਾਗਜ਼ੀ ਰੂਪ ਦੇ ਵਿੱਚ ਇਹ ਦਾਅਵਾ ਕਰਦਾ ਹੈ? ਦੇਖੋ, ਇਹਦੇ ਵਿੱਚ 2-3 ਸੋਧਾਂ ਦੀ ਗੱਲ ਮੈਨੂੰ ਲੱਗਦਾ ਜ਼ਰੂਰੀ ਸੀ। ਇੱਕ ਤਾਂ ਬੈਲੈਂਸ ਨਿਊਟ੍ਰੀਸ਼ਨ ਦੀ ਗੱਲ ਕਰਨੀ ਹੈ, ਗੱਲ ਕਰੀਏ ਇਹਨਾਂ ਨੇ, ਪਰ ਜਿਹੜੇ ਨਾਰਮ ਇਹਨਾਂ ਨੇ ਕਹੇ ਨੇ ਵੀ ਪ੍ਰੈਗਨੈਂਟ ਗਰਭਵਤੀ ਮਾਵਾਂ ਨੂੰ ਅਸੀਂ ਦੇਵਾਂਗੇ 1.5 ਸਾਲ ਤੱਕ ਦੇਵਾਂਗੇ ਭੋਜਨ, ਪ੍ਰੈਗਨੈਂਸੀ ਤੋਂ 6 ਮਹੀਨੇ ਹੋਰ, ਸਕੂਲੀ ਬੱਚਿਆਂ ਨੂੰ ਭੋਜਨ ਦੇਣਾ, ਆਂਗਣਵਾੜੀ ਰਾਹੀਂ ਭੋਜਨ ਦੇਣਾ 6 ਮਹੀਨੇ ਤੋਂ ਲੈ ਕੇ 36 ਮਹੀਨੇ ਤੱਕ, ਉਦੋਂ ਅੱਗੇ 3 ਤੋਂ 6 ਸਾਲ ਤੱਕ, ਜਾਂ ਜਿਹੜੇ ਕੁਪੋਸ਼ਣ ਦਾ ਸ਼ਿਕਾਰ ਨੇ 6 ਸਾਲ ਤੱਕ ਦੇ ਬੱਚੇ, ਉਹਨਾਂ ਨੂੰ ਭੋਜਨ ਦੇਣਾ। ਉਹਦੇ ਵਿੱਚ ਇਹਨਾਂ ਨੇ ਇੱਕ ਤਾਂ ਕੈਲੋਰੀ ਦੀ ਮਾਤਰਾ ਸਿਰਫ 30%, 25 ਤੋਂ 30% ਹੈ ਜਿੰਨਾ ਉਹਨੂੰ ਚਾਹੀਦਾ ਹੈ। ਇਹ ਥੋੜੀ ਜਿਹੀ ਵੱਧ ਕਰਨੀ ਹੈ। ਜੇ 50% ਰੋਟੀ ਮਿਲੇ ਤਾਂ ਘੱਟੋ ਘੱਟ ਬੰਦਾ ਠੀਕ ਹੋ, ਕਿਉਂਕਿ ਉਹਨੂੰ ਹੈ ਨਹੀਂ ਕੁਝ ਖਾਣ ਨੂੰ। ਇੱਕ ਤਾਂ ਇਹ ਸੀ, ਪਰ ਉਹਦੇ ਨਾਲ ਫਿਰ ਬਿੱਲ ਦਾ ਦੂਜਾ ਇਹਨਾਂ ਦਾ ਪੱਖ ਹੋ ਸਕਦਾ ਸੀ। ਪਰ ਇੱਕ ਪੱਖ ਜ਼ਰੂਰ ਕਰ ਸਕਦੀ ਸੀ, ਪ੍ਰੋਟੀਨ ਦੀ ਮਾਤਰਾ ਥੋੜੀ ਵਧਾਉਣੀ। ਠੀਕ ਹੈ, ਉਹਦੇ ਨਾਲ ਥੋੜਾ ਜਿਹਾ ਖਰਚਾ ਵੱਧਦਾ, ਪਰ ਇੰਨਾ ਨਹੀਂ ਵਧਣਾ ਸੀ। ਇੱਕ ਤਾਂ ਪ੍ਰੋਟੀਨ ਦੀ ਮਾਤਰਾ ਵਧਾਉਣੀ ਚਾਹੀਦੀ ਸੀ। ਉਹ ਪ੍ਰੋਟੀਨ ਦੀ ਮਾਤਰਾ 500 ਕੈਲੋਰੀ ਦੇਣੀ ਹੈ, 15 ਗ੍ਰਾਮ ਪ੍ਰੋਟੀਨ, ਜਦ ਕਿ 20 ਤੋਂ 25% ਪ੍ਰੋਟੀਨ ਦੇ ਵਿੱਚੋਂ ਕੈਲੋਰੀਜ਼ ਆਉਣੀਆਂ ਚਾਹੀਦੀਆਂ ਨੇ। ਇੱਕ ਤਾਂ ਇਹ ਘਾਟ ਹੈ। ਦੂਜੀ ਇਹਦੇ ਵਿੱਚ ਇਹ ਘਾਟ ਹੈ ਕਿ ਇਹਦੇ ਵਿੱਚ ਕਹਿਤਾ ਵੀ ਜਿਵੇਂ ਜਿਹੜਾ ਹੈਗਾ ਸੈਂਟਰ ਜਿਵੇਂ ਡਿਟਰਮਨ ਕਰੇਗਾ, ਸੈਂਟਰ ਜਿਵੇਂ, ਨੋ ਡਾਊਟ ਬਿੱਲ ਦੇ ਵਿੱਚ ਤਾਂ ਹੀ ਹੁੰਦਾ ਹੈ, ਪਰ ਜਿੰਨਾ ਚਿਰ ਇਹਦੇ ਰੂਲ ਨਹੀਂ ਦੇਖੇ ਜਾਂਦੇ ਵੀ ਸੈਂਟਰ ਕਿਤੇ ਇਹੀ ਨਾ ਕਹੇ ਵੀ ਸਟੇਟਾਂ ਕਰਨਾ ਗੱਲ। ਇੱਕ ਇਹਦੇ ਵਿੱਚ ਜਿਹੜਾ ਮੈਨੂੰ ਲੱਗਦਾ ਹੈ ਵੀ ਇਹ ਨੁਕਸ ਹੈ। ਤੀਜਾ, ਇਹਦੇ ਵਿੱਚ ਜਿਹੜੀ ਵੱਡੀ ਗੱਲ ਕਰਨੀ ਚਾਹੀਦੀ ਸੀ, ਬੜੀਆਂ ਸਟੇਟਾਂ ਨੂੰ ਇਹ ਹਾਲਾਂਕਿ ਕੁਝ ਕਰਿਆ ਹੈ ਕਿ ਜੀ ਅਸੀਂ ਜਿਹੜੇ 80% ਨੂੰ ਪਹਿਲਾਂ ਹੀ ਦੇ ਰਹੇ ਨੇ, ਉਹਦਾ ਕੀ ਬਣੇਗਾ? ਉਹਦੇ ਤਾਂ 67 ਤੇ ਆ ਜਾਏਗੀ। ਉਹਦੇ ਵਿੱਚ ਇਹ ਬਣਦਾ ਹੈ ਕਿ ਜਿੰਨਾ ਤੁਸੀਂ ਪਹਿਲਾਂ, ਵੈਸੇ ਇਹਨਾਂ ਨੇ ਕਰਿਆ ਪ੍ਰਾਵਧਾਨ ਹੁਣ ਥੋੜਾ ਜਿਹਾ, ਕਿ ਵੀ ਜਿੰਨਾ ਤੁਸੀਂ ਪਹਿਲਾਂ ਦਿੰਦੇ ਹੋ ਉਹ ਤਾਂ ਪੱਕਾ ਤੁਹਾਡਾ, ਤੇ ਪਰ ਜਿੰਨਾ ਅਸੀਂ ਕਹਿੰਦੇ ਜਿੱਥੇ ਘੱਟ ਨੇ ਉੱਥੇ ਤੁਸੀਂ ਆਇਡੈਂਟੀਫਾਈ ਵੱਧ ਕਰ ਲਓ, ਤੇ ਜਿੰਨਾ ਤੁਸੀਂ ਦਿੰਦੇ ਹੋ ਉਹਦੇ 'ਚ ਅਸੀਂ ਕੱਟ ਨਹੀਂ ਲਾਵਾਂਗੇ। ਉਹ ਕੱਟ ਨਹੀਂ ਲਾਉਣਾ ਚਾਹੀਦਾ ਕੋਈ ਕਿਸੇ। ਪਰ ਇਹਦੇ ਵਿੱਚ ਜਿਹੜੇ ਸਟੇਟਾਂ ਦਾ ਇਹ ਹੈ, ਫਿਰ ਤਾਂ ਸਟੇਟ ਦਾ ਕਹਿੰਦੇ 100% ਨੂੰ ਦੇਣਾ, ਕਿਉਂਕਿ ਉੱਥੇ ਵੀ ਤਾਂ ਪੋਲਿਟਿਕਸ ਚੱਲਦੀ ਹੈ। ਸਟੇਟਾਂ ਦੀਆਂ ਪਾਰਟੀ ਵੀ ਆਪਣੇ 'ਤੇ ਖਰਚਾ ਨਹੀਂ ਪੈਂਦਾ, ਆਪਾਂ ਪਾ ਦਿਓ ਸੈਂਟਰ 'ਤੇ। ਸੋ ਇੱਕ ਬੈਲੈਂਸ ਤਾਂ ਇਹਦੇ 'ਚ ਜ਼ਰੂਰੀ ਸੀ। ਇਹਦੇ ਵਿੱਚ ਸਾਰੇ ਸਿਆਸਤਦਾਨ, ਚਾਹੇ ਉਹ ਸਟੇਟਾਂ ਦੇ ਨੇ ਚਾਹੇ ਉਹ ਕੇਂਦਰ ਦੇ ਨੇ, ਉਹਨਾਂ ਸਾਰਿਆਂ ਨੂੰ ਇੱਕ ਬੈਲੈਂਸ, ਇੱਕ ਸੰਤੁਲਿਤ ਸੋਚ ਨਾਲ ਅੱਗੇ ਆਉਣ ਦੀ ਲੋੜ ਹੈ, ਜਿਹਦੇ ਵਿੱਚ ਪੋਲਿਟਿਕਸ ਇੱਕ ਪਾਰਟ ਹੈ, ਕਿਉਂਕਿ ਉਹ ਪੋਲੀਟੀਸ਼ੀਅਨ ਨੇ, ਉਹਨਾਂ ਨੇ ਕਰਨਾ ਹੈ। ਪਰ ਜਿਹੜੇ ਆਮ ਸਧਾਰਨ ਬੰਦੇ ਦੀ ਜਿਹੜੀ ਲੋੜ ਹੈ ਉਹਨੂੰ ਧਿਆਨ ਰੱਖ ਕੇ, ਤੇ ਜਿਹੜੀ ਮੁਲਕ ਦੀ ਲੋੜ ਹੈ ਉਹਨੂੰ ਧਿਆਨ ਰੱਖਦੇ, ਹਰ ਸੂਬੇ ਦੀ ਲੋੜ ਨੂੰ ਧਿਆਨ ਰੱਖ ਕੇ ਇਹ ਕਰਿਆ ਜਾਣਾ ਜ਼ਰੂਰੀ ਸੀ। ਇਹਦੇ ਵਿੱਚ ਉਹ ਤਾਲਮੇਲ ਕਿਤੇ ਜਿੰਨਾ ਚਾਹੀਦਾ ਹੈ ਉਸ ਲੈਵਲ ਨਹੀਂ। ਪਰ ਇੱਕ ਇਹਦੇ 'ਚ ਪੋਜ਼ੀਟਿਵ ਗੱਲ ਜ਼ਰੂਰ ਹੈ, ਪਤਾ ਨਹੀਂ ਕਿੰਨੀ ਕੁ ਲਾਗੂ ਹੁੰਦੀ ਹੈ, ਉਹ ਇਹ ਹੈ ਵੀ ਜਿਹੜਾ PDF ਸਿਸਟਮ ਹੈ, ਇੱਕ ਤਾਂ ਕਹਿੰਦਾ ਵੀ ਔਰਤਾਂ ਜਿੱਥੇ ਹੋਣਗੀਆਂ, ਔਰਤਾਂ ਘਰ ਦੀ ਪ੍ਰਧਾਨ ਹੋਏਗੀ 18 ਸਾਲ ਤੋਂ ਘੱਟ। ਉਹਦੇ 'ਚ ਇੱਕ ਸੋਧ ਕਰ ਸਕਦੇ ਸੀ ਵੀ ਜੇ 18 ਸਾਲ ਤੋਂ ਘੱਟ ਔਰਤ ਹੈ ਨਹੀਂ ਘਰ 'ਚ, ਤਾਂ ਉਹਦਾ ਜਿਹੜਾ ਮੇਲ ਹੈ ਉਹ ਹੋਏਗਾ, ਉਹਦਾ ਜਿੱਦਾਂ ਉਹ 18 ਸਾਲ ਦੀ ਹੋ ਜਾਏਗੀ ਉਦੋਂ ਉਹਨੂੰ ਮੰਨਿਆ ਜਾਏਗਾ। ਉਹ ਇਹ ਕਰ ਸਕਦੇ ਸੀ ਵੀ ਜੇ ਕੋਈ ਨਾਬਾਲਗ ਲੜਕੀ ਆ ਘਰ 'ਚ, ਤਾਂ ਹੋਏਗਾ ਤਾਂ ਨਾਬਾਲਗ ਲੜਕੀ ਦੇ ਦੀ ਨਾਮ ਤੇ, ਪਰ ਉਹ ਦੂਜਾ ਉਹਦਾ ਗਾਰਡੀਅਨ ਹੋਏਗਾ। ਇਹਨਾਂ ਨੇ ਗਾਰਡੀਅਨ ਨਹੀਂ ਬਣਾਇਆ ਉਹਨੂੰ। ਇੱਕ ਤਾਂ ਇਹ ਕਰ ਸਕਦੇ ਤਾਂ ਕਿ ਔਰਤ ਨੂੰ ਪੂਰੀ ਇਹਦੇ 'ਚ ਮਹੱਤਤਾ ਮਿਲਦੀ। ਦੂਜਾ, ਇਹਦੇ ਵਿੱਚ ਇਹਨਾਂ ਨੇ ਕੀ ਕਰਿਆ ਵੀ ਜਿਹੜੀਆਂ ਕੋਆਪਰੇਟਿਵਸ ਨੂੰ, ਪੰਚਾਇਤਾਂ ਨੂੰ,
ਇਹਨਾਂ ਨੂੰ ਅਸੀਂ ਇਹ ਦੇਵਾਂਗੇ ਸੈਲਫ ਹੈਲਪ ਗਰੁੱਪ ਨੂੰ, ਖਾਸ ਕਰਕੇ ਅਰਬਨ ਏਰੀਆ 'ਚ। ਇਹਦੇ ਵਿੱਚ ਇੱਕ ਸੁਧਾਰ ਕਰਿਆ ਵੀ ਅਸੀਂ ਪੀਡੀਐਸ ਸਿਸਟਮ ਉਹਨਾਂ ਨੂੰ ਦੇਵਾਂਗੇ ਜੀ, ਪਰ ਉਹਦੇ ਵਿੱਚ ਗਾਹਾਂ ਜਿਹੜਾ ਡਿਸਟ੍ਰੀਬਿਊਸ਼ਨ ਦਾ ਸਿਸਟਮ ਹੈ ਵਿਦਿਨ ਦੀ ਸਟੇਟ, ਜੀ ਸੈਂਟਰ ਨੇ ਇੱਕ ਬਿੱਲ ਲਿਆਂਦਾ ਵਿਦਿਨ ਦੀ ਸਟੇਟ ਡਿਸਟ੍ਰੀਬਿਊਸ਼ਨ ਸਟੇਟ ਖਰਚਾ ਕਰੇਗੀ। ਜੀ। ਇਹ ਥੋੜਾ ਜਿਹਾ ਮੇਰੇ ਖਿਆਲ 'ਚ ਇਹ ਚਾਹੀਦਾ ਸੀ ਕਿ ਉਹ ਖਰਚੇ ਨੂੰ ਸ਼ੇਅਰ ਕਰਨ ਦਾ ਕੋਈ ਫਾਰਮੂਲਾ ਚਾਹੀਦਾ ਸੀ। ਚਲੋ ਕਿਉਂਕਿ ਬਿੱਲ ਅਸੀਂ ਲਿਆਂਦਾ ਹੈ, ਇਸ ਕਰਕੇ ਜਿਹੜਾ ਅਸੀਂ ਹੁਣ ਨਵਾਂ ਤੁਹਾਡੇ ਤੇ ਬਰਡਨ ਪਏਗਾ ਉਹਦਾ ਸਾਰਾ ਹਿੱਸਾ ਅਸੀਂ ਦੇਵਾਂਗੇ ਵਿਦਿਨ ਦੀ ਸਟੇਟ ਵੀ ਟਰਾਂਸਪੋਰਟ ਕਰਨ ਦਾ। ਜੀ। ਇੰਨੀ ਕੁ ਮੈਨੂੰ ਲੱਗਦਾ ਜੀ। ਇੱਕ ਜਿਹੜੀ ਆਖਰੀ ਸਵਾਲ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਵੀ ਇੱਕ ਦਲੀਲ ਦਿੱਤੀ ਜਾ ਰਹੀ ਹੈ ਕਿ ਇਹਦਾ ਜਿਹੜਾ ਕੌਮਾਂਤਰੀ ਸਿਆਸਤ ਹੈ ਉਹਦੇ ਨਾਲ ਵੀ ਲੈਣਾ ਦੇਣਾ ਹੈ ਕਿ ਜਿਹੜੇ ਨਵੇਂ ਕੌਮਾਂਤਰੀ ਸਮਝੌਤੇ ਨੇ ਉਹਨਾਂ ਤਹਿਤ ਹਿੰਦੁਸਤਾਨ ਨੂੰ ਜਿੰਨੇ ਕਣਕ ਚੌਲ ਬਾਹਰੋਂ ਲਿਆਉਣੇ ਨੇ ਕਿ ਉਹਦੇ ਨਾਲ ਵੀ ਕੋਈ ਇਹਦਾ ਰਾਬਤਾ ਹੈਗਾ? ਪੱਕਾ ਉਹਦੇ ਨਾਲ ਇਹਦਾ ਹੈ। ਇਹਦਾ ਸਾਧਨ ਇਹ ਹੈ, ਇਸ ਗੱਲ ਨੂੰ ਕਿਸੇ ਨੇ ਫੋਕਸ ਨਹੀਂ ਕਰਿਆ ਅਜੇ ਤੱਕ। ਜੀ। ਉਹ ਇਹ ਹੈ ਕਿ ਕੌਮਾਂਤਰੀ ਸਮਝੌਤਿਆਂ ਦੇ ਵਿੱਚ ਇੱਕ ਅਸੀਂ ਸੇਫਟੀ ਨੈਟ ਕਹਿੰਦੇ ਆ। ਜੀ। ਇਹ ਵਰਲਡ ਬੈਂਕ ਨੇ ਕਿਹਾ ਵੀ ਸੇਫਟੀ ਨੈਟ, ਤਾਂ ਕਿ ਬੰਦੇ ਨੂੰ ਉੱਤੋਂ ਥੱਲੇ ਤਾਂ ਘੇਰੋ, ਥੱਲੇ ਇੱਕ ਨੈਟ ਲਾ ਦਿਓ, ਜਾਲ ਲਾ ਦਿਓ, ਜਿਵੇਂ ਬਾਜੀਗਰ ਬਾਜੀ ਪਾਉਂਦੇ ਸੀ ਉਹਦੇ ਸੱਟ ਘੱਟ ਲੱਗੇ, ਘੇਰਨਾ ਤਾਂ ਉੱਤੋਂ ਹੀ ਹੈ। ਇਹ ਸੇਫਟੀ ਨੈਟ ਹੈ ਇੱਕ ਤਾਂ ਬਿੱਲ, ਇਸ ਪੱਖੋਂ ਜੇ ਦੇਖਣਾ ਹੈ। ਦੂਜਾ ਇਹਦੇ ਵਿੱਚ ਕੀ ਹੈ ਵੀ ਤੁਸੀਂ ਕਣਕ ਦੀ ਤੁਹਾਡੀ ਲੋੜ ਹੀ ਵਧਾਤੀ, ਚਾਵਲ ਦੀ ਲੋੜ ਵਧਾਤੀ, ਉੱਥੇ ਤੁਹਾਡੀ ਸ਼ਰਤ ਹੈ ਵੀ ਇੰਨਾ ਅਸੀਂ ਇੰਪੋਰਟ ਜ਼ਰੂਰ ਕਰਾਂਗੇ, ਆਯਾਤ ਕਰਾਂਗੇ। ਮਤਲਬ ਇਹ ਵੀ ਇੱਕ ਪੱਖ ਹੈ ਜਿਹਦੇ ਵਿੱਚ ਪੱਖ ਹੈ ਇਸ ਦਾ ਕਿ ਵੀ ਅਸੀਂ ਇਕੱਲਾ ਇਹੀ ਨਹੀਂ, ਇਕੱਲੇ ਅੰਨ ਦੇ ਉੱਤੇ ਨਹੀਂ, ਤਾਂ ਕਿ ਬਾਕੀ ਲੋਕਾਂ ਦੀ ਜ਼ਮੀਨ ਗ੍ਰਹਿਣ ਕਰਨ ਦੇ ਹੋਰ ਦੇ ਉਹਦੇ ਉੱਤੇ ਘੱਟ ਰੌਲਾ ਪਾਉਣ ਵੀ ਚੱਲ ਯਾਰ ਤੁਹਾਨੂੰ ਰੋਟੀ ਤਾਂ ਮਿਲ ਗਈ। ਜੀ। ਸੋ ਜਿਹੜੀਆਂ ਲੋਕਾਂ ਦੀਆਂ ਐਜੀਟੇਸ਼ਨਾਂ ਨੇ ਇਹ ਉਸ ਜਿਹੜੇ ਕੌਮਾਂਤਰੀ ਸਮਝੌਤੇ ਨੇ ਉਹਨਾਂ ਨੂੰ ਬਿਲਕੁਲ ਹੁਣ ਟਾਈਮ ਖਤਮ ਹੋ ਗਿਆ, ਪਰ ਇਹ ਇੱਕ ਬਹੁਤ ਮੈਨੂੰ ਚੰਗਾ ਲੱਗਿਆ ਤੁਸੀਂ ਆਏ ਸਾਡੇ ਸਟੂਡੀਓ ਦੇ ਵਿੱਚ। ਅਵਾਮੀ ਪੱਖ ਤੋਂ ਅਵਾਮੀ ਵਿਦਵਾਨ ਕਿਵੇਂ ਗੱਲਾਂ ਕਰਦਾ ਹੈ ਉਹਦੀ ਇੱਕ ਚੰਗੀ ਨੁਮਾਇਸ਼ ਸੀ, ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਹਾਂ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।